ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਪੁਨਿਆਕੀ ਕਬ ਬਾਚ, ਜਾਉ ਕਰਮ ਕਰਮ ਦੁਹ ਦਲ ਕੋ ਆਹਵ, ਜਿਹ ਬਿਦ ਸੁਬਟਨ ਮਾਂਡਿਓ, ਤਾਂ ਕਹੋ ਜੇ ਬਿਸਤਾਰ ਪੂਰਬਕ, ਬਦ ਤਿਉ ਆਹਵ ਕਾਂਡਿਓ, ਜਾਉ ਕਰਮ ਕਰਮ ਦੁਹ ਦਲ ਕੋ ਆਹਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਨ ਕਿਰਪਾ ਕਰਕੇ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਬਾਬਾ ਠਾਕੁਰ ਸਿੰਘ ਜੀ ਗੁਰਮਤਿ ਵਿਦਿਆਲਾ ਕੈਰੋਂ ਵਿਖੇ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਉਂਦੇ ਨੇ। ਹਰ ਰੋਜ਼ ਸਤਿਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਧਰ ਕੇ ਆਪ ਗੁਰੂ ਕੀਆਂ ਸਿੱਖ ਸੰਗਤਾਂ ਇਹ ਕਥਾ ਨੂੰ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੀਆਂ ਜੀ। ਅੱਜ ਦੀ ਕਥਾ ਵਿੱਚ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਸਰਬਲੋ ਪ੍ਰਕਾਸ਼ ਗ੍ਰੰਥ ਦਾ ਸਾਰ ਹੈ, ਉਹ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਉਣਗੇ। ਇਹ ਗ੍ਰੰਥ ਦੇ ਵਿੱਚ ਕੀ ਕੁਝ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਹੈ ਅਤੇ ਗ੍ਰੰਥ ਕਿਹੜੇ ਗ੍ਰੰਥ ਦਾ ਅਨੁਵਾਦ ਹੈ, ਇਸ ਗ੍ਰੰਥ ਨੂੰ ਲਿਖਣ ਲਈ ਕਿਹੜੇ ਗ੍ਰੰਥਾਂ ਦੀ ਸਹਾਇਤਾ ਲਈ ਗਈ ਹੈ, ਉਹ ਕਥਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਕੇ ਨਿਹਾਲ ਕਰਤਾਰਥ ਕਰਨਗੇ। ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿੱਤ ਕਰੀਏ ਤੇ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰਦੇ ਪਏ ਨੇ, ਦਇਆ ਕੀਤੀ ਹੈ ਮਹਾਰਾਜ ਨੇ, ਤਿਵੇਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਪੁਨਿਆਕੀ ਕਬ ਬਾਚ, ਪੁਨਿਆਕੀ ਦੇ ਡੰਡੇ ਨੇ ਕਬ ਬਾਚ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਕੇ ਦਇਆ ਕਰਕੇ ਆਪਣੇ ਮੁਖ ਤੋਂ ਇਹ ਗ੍ਰੰਥ ਦੀ ਵਿਸ਼ੇਸ਼ਤਾ, ਇਹ ਗ੍ਰੰਥ ਦੇ ਮੱਧ ਵਿੱਚ ਮਹਾਰਾਜ ਸਾਹਿਬ ਜੀ ਦੱਸਦੇ ਪਏ ਨੇ। ਆਓ ਪਿਆਰ ਦੇ ਨਾਲ ਸਰਵਣ ਕਰੀਏ। ਜਾਉ ਕਰਮ ਕਰਮ ਦੁਹ ਦਲ ਕਾ ਆਹਵ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜੋ ਇਹ ਸਰਬਲੋ ਗ੍ਰੰਥ ਹੈ, ਜੇ ਕਰਮ ਕਰਮ ਤਰਤੀਬ ਦੇ ਨਾਲ ਦੋਨਾਂ ਦਲਾਂ ਦਾ, ਇੱਕ ਪਾਸੇ ਸਰਬਲੋ ਭਗਵਾਨ ਦੀ ਫੌਜ ਹੈ, ਇੱਕ ਪਾਸੇ ਬੀਰਜਨਾਥ ਦੀ ਫੌਜ ਹੈ, ਦੋਨਾਂ ਹੀ ਫੌਜਾਂ ਦਾ ਆਹਵ ਜੰਗ ਤੁਹਾਡੇ ਤਾਈਂ ਦੱਸਣਾ ਕਰੀਏ। ਜਿਹ ਬਿਦ ਸੁਬਟਨ ਮਾਂਡਿਓ, ਜਿਸ ਤਰੀਕੇ ਦੇ ਨਾਲ ਸੂਰਮਿਆਂ ਨੇ ਜੰਗ ਦੇ ਮੈਦਾਨ ਵਿੱਚ ਮਾਂਡਿਓ ਕੁੱਦਣਾ ਕੀਤਾ ਹੈ ਅਤੇ ਜੰਗ ਦੇ ਮੈਦਾਨ ਵਿੱਚ ਆਪਣੇ ਜੌਹਰ ਦਿਖਾਉਣਾ ਕੀਤੇ ਨੇ, ਤਾਂ ਕਹੋ ਜੇ ਵਿਸਤਾਰ ਪੂਰਬਕ। ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਤੇ ਕਥਾ ਨੂੰ ਜੇ ਅਸੀਂ ਵਿਸਤਾਰ ਪੂਰਵਕ ਕਹੀਏ ਤੇ ਗ੍ਰੰਥ ਬਹੁਤ ਵੱਡਾ ਹੋ ਜਾਵੇਗਾ। ਜਿਵੇਂ ਸਰਬਲੋ ਭਗਵਾਨ ਦੀਆਂ ਫੌਜਾਂ ਤੇ ਬੀਰਜਨਾਥ ਦੀਆਂ ਫੌਜਾਂ ਲੜੀਆਂ ਨੇ, ਇੱਕ ਪਾਸੇ ਸਰਬਲੋ ਭਗਵਾਨ ਦੇ ਸੂਰਮੇ ਨੇ, ਇੱਕ ਪਾਸੇ ਬੀਰਜਨਾਥ ਦੇ 12 ਸੂਰਮੇ ਨੇ ਤੇ ਸਰਬਲੋ ਭਗਵਾਨ ਦੇ 28 ਸੂਰਮੇ ਨੇ। ਉਹਨਾਂ ਨੇ ਭਾਰੀ ਜੰਗ ਕੀਤਾ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਵੀ ਸੰਖੇਪ ਮਾਤਰ ਦੇ ਖਾਲਸਾ ਜੀ ਤੁਹਾਨੂੰ ਦੱਸਿਆ ਹੈ, ਜੇ ਵਿਸਤਾਰ ਦੇ ਨਾਲ ਇਹ ਪ੍ਰਸੰਗ ਨੂੰ ਦੱਸੀਏ ਵੀ ਕਿਹੜਾ ਸੂਰਮਾ ਕਿਹੜੇ ਸੂਰਮੇ ਦੇ ਨਾਲ ਜੂਝਿਆ ਹੈ। ਬਦ ਤਿਉ ਆਹਵ ਕਾਂਡਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਬਦ ਤਿਉ ਜੇ ਮੈਂ ਕਵਾਂ, ਆਹ ਮੈਨੇ ਯੁੱਧ ਦਾ ਕਾਂਡਿਓ ਮੈਨੇ ਕਾਂਡ,
ਇਹ ਯੁੱਧ ਦਾ ਕਾਂਡ, ਯੁੱਧ ਦਾ ਹਿੱਸਾ, ਯੁੱਧਮਈ ਕਥਾ ਨੂੰ ਜੇ ਮੈਂ ਵਿਸਤਾਰ ਪੂਰਵਕ ਕਹਾਂ। ਜਾਹੇ ਪ੍ਰਸੰਗ ਕੋ ਗ੍ਰੰਥ ਬ੍ਰਿਧਾਤਾ। ਪਰ ਫਿਰ ਯੁੱਧ ਦੇ ਪ੍ਰਸੰਗ ਦਾ ਹੀ ਜੋ ਗ੍ਰੰਥ ਹੈ ਬ੍ਰਿਧਾਤੋ ਮੈਨੇ ਬਹੁਤ ਵੱਧ ਜਾਏਗਾ। ਬ੍ਰਿਧ ਆਤੋ ਮੈਨੇ ਅਤ ਵਿਸ਼ੇਸ਼ ਕਰਕੇ ਬ੍ਰਿਧ ਵੱਡਾ ਹੋ ਜਾਵੇਗਾ। ਇਹ ਯੁੱਧ ਦਾ ਹੀ ਪ੍ਰਸੰਗ ਇਸ ਗ੍ਰੰਥ ਵਿੱਚ। ਸੁਨਹੁ ਸੰਤ ਹਵ ਖਾਂਡਿਓ। ਇਸ ਲਈ ਹੈ ਸੰਤੋ ਇੰਨਾ ਕੀ ਸੁਣ ਲਓ ਜਿੰਨਾ ਕਿ ਤੁਹਾਨੂੰ ਮੈਂ ਪਿੱਛੇ ਯੁੱਧ ਦੇ ਖਾਂਡਿਓ ਮੈਨੇ ਖੰਡ ਵਿੱਚ, ਕਾਂਡ ਵਿੱਚ, ਹਿੱਸੇ ਵਿੱਚ ਤੁਹਾਨੂੰ ਜਿੰਨੀ ਕਿ ਯੁੱਧ ਦੀ ਕਥਾ ਕਹੀ ਹੈ ਓਨੀ ਕੁ ਕਥਾ ਦੇ ਵਿੱਚ ਹੀ ਤੁਸੀਂ ਸਾਰੀ ਗੱਲ ਸਮਝ ਲਵੋ। ਜਹ ਬਿਦ ਦੇਵ ਦਨਜ ਭਇਓ ਆਹਵ। ਇਸ ਤਰੀਕੇ ਦੇ ਨਾਲ ਦੇਵਤਿਆਂ ਤੇ ਦੰਤਾਂ ਦਾ ਭਾਰੀ ਜੰਗ ਹੋਇਆ ਏ। ਪ੍ਰਿਥਕ ਪ੍ਰਿਥਕ ਹੈ ਤਾਂਡਿਓ। ਹਾਂ, ਵੱਖੋ ਵੱਖਰਾ ਜਿਵੇਂ ਉਹਨਾਂ ਨੇ ਤਾਂਡਵ ਨਾਚ ਕੀਤਾ ਏ, ਭਾਵ ਜੰਗ ਕੀਤਾ ਹੈ। ਜਾਤੇ ਦੁਹ ਦਲ ਕਉ ਸੰਗਰਾਮਾ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਸੰਗ ਬੜਾ ਵੱਡਾ ਏ। ਜੇ ਵੱਖਰਾ ਵੱਖਰਾ ਤਾਂਡਵ ਨਾਚ ਦਸੀਏ, ਇਸ ਲਈ ਦੋਨਾਂ ਦਲਾਂ ਦਾ ਜੋ ਸੰਗਰਾਮਾਂ ਯੁੱਧ ਹੈ। ਕਥਾ ਸੰਖੇਪ ਉਚਾਰੀ। ਉਹ ਕਥਾ ਦਾਸ ਗੋਬਿੰਦ ਸਿੰਘ ਨੇ ਸੰਖੇਪ ਲਫ਼ਜ਼ਾਂ ਵਿੱਚ ਹੀ ਖਾਲਸਾ ਜੀ ਤੁਹਾਨੂੰ ਦੱਸ ਦਿੱਤੀ ਹੈ। ਗ੍ਰੰਥ ਵੱਢਣ ਕੇ ਹੇਤ ਸੁਨਹੁ ਜੂ। ਹਾਂ, ਕਿਤੇ ਗ੍ਰੰਥ ਨਾ ਵੱਧ ਜਾਵੇ ਇਸ ਵਾਸਤੇ ਗੁਰੂ ਖਾਲਸਾ ਜੀ ਇੰਨੀ ਕੁ ਕਥਾ ਹੀ ਤੁਸੀਂ ਸੁਣ ਲੈਣਾ ਕਰੋ। ਵਰਨਿਓ ਅਲਪ ਅਲਪਾਰੀ। ਛੋਟੇ ਤੋਂ ਛੋਟੇ ਕਰਕੇ ਮੈਂ ਇਹ ਕਥਾ ਤੁਹਾਨੂੰ ਕਹਿ ਦਿੱਤੀ ਹੈ। ਦੁਆਦਸ ਭੱਟ ਅਰ ਅਸ਼ਟਬਿੰਸ ਭੱਟ। ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਪਾਸੇ 12 ਸੂਰਮੇ ਬੀਰਜਨਾਥ ਦੇ ਨੇ ਤੇ 28 ਸੂਰਮੇ ਸਰਬਲੋਕ ਭਗਵਾਨ ਵੱਲੋਂ ਨੇ। ਦੋਹਾਂ ਦਿਸ ਸਮਰ ਪ੍ਰਚਾਰੀ। ਦੋਨਾਂ ਹੀ ਪਾਸਿਆਂ ਤੋਂ ਜੰਗ ਦੇ ਮੈਦਾਨ ਦੇ ਵਿੱਚ ਇੱਕ ਦੂਜੇ ਨੂੰ ਬੜਾ ਪ੍ਰਚਾਰੀ ਵੰਗਾਰਦੇ ਪਏ ਨੇ। ਜੁਜਤ ਭਏ ਜਿਹ ਬਿਦ ਦੇਵਨ ਕਰ। ਜੂਜਤ ਦੋ ਦਲੰਕੜਾਂ ਨੇ ਜਿਵੇਂ ਦੇਵਤੇ ਤੇ ਦੈਂਤ ਯੁੱਧ ਕਰਕੇ ਆਪਸ ਦੇ ਵਿੱਚ ਜੂਝਦੇ ਹੋਏ ਨੇ, ਭਾਵ ਸ਼ਹੀਦ ਹੋਏ ਨੇ। ਟੀਕਾ ਬਧਿਓ ਸੁਧਾਰੀ। ਹੈ ਗੁਰੂ ਖਾਲਸਾ ਜੀਓ, ਮੈਂ ਟੀਕਾ ਤੁਹਾਨੂੰ ਕਹਿ ਦਿੱਤਾ ਹੈ ਕਿਉਂਕਿ ਗੁਰੂ ਖਾਲਸਾ ਜੀ ਜਿਹੜਾ ਇਹ ਮੂਲ ਗ੍ਰੰਥ ਸੀ ਇਹ ਸੰਸਕ੍ਰਿਤ ਭਾਸ਼ਾ ਵਿੱਚ ਸੀ। ਇਹਦਾ ਨਾਮ ਸੀ ਮੰਗਲਾਚਰਨ ਗ੍ਰੰਥ। ਜਿਸ ਵਕਤ ਹੇਮਕੁੰਟ ਸਾਹਿਬ ਦੀਆਂ ਪਹਾੜੀਆਂ ਦੇ ਉੱਪਰ ਮਹਾਰਾਜ ਕਲਗੀਧਰ ਜੀ ਨੇ ਅਕਾਲ ਪੁਰਖ ਪਰਮੇਸ਼ਰ ਦੀ ਉਪਾਸਨਾ ਕੀਤੀ ਹੈ, ਨਿਰਾਕਾਰ ਦੀ ਧਿਆਨ ਧਰਿਆ ਹੈ, ਤਾਂ ਉਸ ਵਕਤ ਕਹਿੰਦੇ ਵੀ ਅਕਾਲ ਪੁਰਖ ਪਰਮੇਸ਼ਰ ਦਾ ਅਨੁਭਵ ਕਲਗੀਧਰ ਪਾਤਸ਼ਾਹ ਜੀ ਜੋ ਦੁਸ਼ਟ ਦਮਨ ਦੇ ਰੂਪ ਵਿੱਚ ਸਨ ਉਹਨਾਂ ਨੂੰ ਹੋਇਆ ਸੀ। ਸੰਪਰਦਾਈ ਮਹਾਂਪੁਰਖ ਦੱਸਦੇ ਨੇ ਕਿ ਹੇਮਕੁੰਟ ਸਾਹਿਬ ਦੀਆਂ ਪਹਾੜੀਆਂ ਦੇ ਉੱਪਰ ਪਹਿਲੀ ਵਾਰ ਪਹਿਲੇ ਜਨਮ ਵਿੱਚ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਪਰਮੇਸ਼ਰ ਦੇ ਸਨਮੁਖ ਜਾਪ ਸਾਹਿਬ ਦਾ ਪਾਠ ਉਚਾਰਨ ਕੀਤਾ ਸੀ। ਬਾਅਦ ਦੂਜੀ ਵਾਰ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜਾਪ ਸਾਹਿਬ ਦਾ ਪਾਠ ਉਚਾਰਿਆ ਹੈ। ਫਿਰ ਗੁਰੂ ਖਾਲਸਾ ਜੀ ਅਕਾਲ ਪੁਰਖ ਪਰਮੇਸ਼ਰ ਨੇ ਸਰਗੁਣ ਸਰੂਪ ਦੇ ਦਰਸ਼ਨ ਦਿੱਤੇ, ਵਿਰਾਟ ਸਰੂਪ ਦਾ ਦਰਸ਼ਨ ਹੋਇਆ, ਤਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਸਰਬਲੋ ਪ੍ਰਕਾਸ਼ ਗ੍ਰੰਥ ਦੀ ਪਹਿਲੀ ਬਾਣੀ ਹੈ ਭਵਾਨੀ ਉਸਤਤ, ਜਿਹਦੇ ਵਿੱਚ ਭਵਾਨੀ ਸਰੂਪ ਦੀ ਮਹਾਰਾਜ ਸਾਹਿਬ ਜੀ ਨੇ ਉਸਤਤ ਕੀਤੀ ਹੈ। ਭਵਾਨੀ ਦਾ ਅਰਥ ਹੈ ਸੰਸਾਰ ਨੂੰ ਪ੍ਰਗਟ ਕਰਨ ਵਾਲਾ ਪਰਮੇਸ਼ਰ ਦਾ ਸਰਗੁਣ ਸਰੂਪ, ਜੋ ਵਿਰਾਟ ਸਰੂਪ ਹੈ ਉਸ ਦੀ ਉਸਤਤ ਮਹਾਰਾਜ ਸਾਹਿਬ ਜੀ ਨੇ ਸਰਬਲੋ ਪ੍ਰਕਾਸ਼ ਦੀ ਪ੍ਰਥਮ ਬਾਣੀ ਵਿੱਚ ਕੀਤੀ ਹੋਈ ਹੈ। ਅਤੇ ਨਾਲ ਹੀ ਸੱਚੇ ਪਾਤਸ਼ਾਹ ਨੇ ਕਿਹਾ ਇਹ ਦ੍ਰਵਯ ਪਾਵਨ ਕੇ ਨਿਮਿਤ ਸਿਮਰੋ ਸ੍ਰੀ ਜਗ ਮਾਏ। ਪੰਥ ਦੇ ਵਿੱਚ ਅੰਨ ਧਨ ਦੀ ਕਮੀ ਨਾ ਰਵੇ, ਇਸ ਵਾਸਤੇ ਮੈਂ ਇਹ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਦੀ ਸ਼ਲਾਘਾ ਕੀਤੀ ਹੈ। ਅਕਾਲ ਪੁਰਖ ਪਰਮੇਸ਼ਰ ਜੀ ਪ੍ਰਸੰਨ ਹੋਏ ਅਤੇ ਕਹਿਣ ਲੱਗੇ ਦੁਸ਼ਟ ਦਮਨ ਮੈਂ ਤੇਰੇ ਉੱਪਰ ਬੜਾ ਪ੍ਰਸੰਨ ਹਾਂ। ਤੂੰ ਉਹ ਕੰਮ ਕੀਤਾ ਏ ਜਿਹੜਾ ਬਾਰ-ਬਾਰ ਅਵਤਾਰ ਧਾਰ ਕੇ ਮੈਂ ਕੰਮ ਕਰਦਾ ਰਿਹਾ ਹਾਂ। ਦੁਸ਼ਟ ਦਮਨ ਜੀ ਭਾਵ ਕਲਗੀਧਰ ਪਾਤਸ਼ਾਹ ਜੀ ਨੇ ਹੱਥ ਜੋੜ ਕਰਕੇ
ਅਕਾਲ ਪੁਰਖ ਪਰਮੇਸ਼ਰ ਨੂੰ ਪੁੱਛਿਆ, ਸੱਚੇ ਪਾਤਸ਼ਾਹ ਜੀ, ਉਹ ਕਿਹੜਾ ਕੰਮ ਹੈ ਜਿਹੜਾ ਆਪ ਜੀ ਜੁਗਾਂ ਜਗਾਂਤਰਾਂ ਵਿੱਚ ਅਵਤਾਰ ਧਾਰ ਕੇ ਕਰਦੇ ਰਹੇ ਹੋ, ਤੇ ਜਿਹੜਾ ਕੰਮ ਮੈਂ ਕੀਤਾ ਏ? ਤਾਂ ਅਕਾਲ ਪੁਰਖ ਪਰਮੇਸ਼ਰ ਨੇ ਫਰਮਾਇਆ, ਹੇ ਦੁਸ਼ਟ ਦਮਨ, ਜਿਹੜੀ ਦੇਵੀ ਦੀ ਰੱਖਿਆ ਤੂੰ ਕੀਤੀ ਹੈ ਤੇ ਦੰਤਾਂ ਨੂੰ ਤੂੰ ਸੰਘਾਰਿਆ ਹੈ, ਇਹ ਕੰਮ ਦੇਵੀ ਦੀ ਰੱਖਿਆ ਦਾ ਮੈਂ ਕਰਦਾ ਰਿਹਾ ਹਾਂ। ਦੁਸ਼ਟ ਦਮਨ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਅਕਾਲ ਪਿਤਾ ਜੀ, ਆਪ ਜੀ ਕਿਰਪਾ ਕਰਕੇ ਦੱਸੋ ਕਿ ਆਪ ਜੀ ਨੇ ਦੇਵੀ ਦੇ ਉੱਪਰ ਕਿਸ ਸਮੇਂ ਬਿਪਤਾ ਪੈਣ ਤੇ ਦੇਵੀ ਦੀ ਸਹਾਇਤਾ ਕੀਤੀ ਸੀ। ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਮੁਖ ਤੋਂ ਇਹ ਗ੍ਰੰਥ ਉਚਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸੁਣਾਇਆ। ਦੱਸਿਆ ਕਿ ਇੱਕ ਵਾਰ ਦੇਵੀ ਦੇ ਉੱਪਰ ਬਿਪਤਾ ਬਣੀ, ਬੀਰਜਨਾਥ ਦੈਂਤ ਦੁਨੀਆ ਦੇ ਉੱਪਰ ਪ੍ਰਗਟ ਹੋਇਆ ਤੇ ਉਸ ਦੀ ਸਹਾਇਤਾ ਵਾਸਤੇ ਮੈਂ ਸਰਬਲੋ ਸਰੂਪ ਧਾਰਨ ਕੀਤਾ ਸੀ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਗ੍ਰੰਥ ਗੁਰੂ ਖਾਲਸਾ ਜੀ ਸੰਸਕ੍ਰਿਤ ਦੇ ਵਿੱਚ ਸ਼ਲੋਕ ਬਣਾ ਕੇ ਲਿਖਿਆ ਸੀ, ਜਿਸ ਦੇ 1.25 ਲੱਖ ਸ਼ਲੋਕ ਸਨ। ਤੇ ਗੁਟਕੇ ਸਾਹਿਬ ਵਾਂਗ ਇਹ ਗੁਰੂ ਖਾਲਸਾ ਜੀ ਸੰਸਕ੍ਰਿਤ ਦਾ ਮੂਲ ਗ੍ਰੰਥ ਸੀ, ਜਿਹਦਾ ਨਾਮ ਦੁਸ਼ਟ ਦਮਨ ਜੀ ਨੇ ਮੰਗਲਾ ਚਰਨ ਰੱਖਿਆ ਸੀ। ਮੰਗਲਾ ਨਾਮ ਗੁਰੂ ਖਾਲਸਾ ਜੀ ਦੁਰਗਾ ਦੇਵੀ ਦਾ ਹੈ ਤੇ ਚਰਨ ਨਾਮ ਚਰਨਾ ਕਮਲਾਂ ਦਾ ਹੈ। ਜਿਸ ਭਗਵਾਨ ਦੇ ਚਰਨਾ ਕਮਲਾਂ ਦੇ ਵਿੱਚ ਦੁਰਗਾ ਦੇਵੀ ਜਾ ਕੇ ਪੈਂਦੀ ਹੈ, ਉਹ ਕੌਣ ਨੇ? ਸਰਬਲੋ ਜੀ। ਮੰਗਲਾ ਚਰਨ ਦਾ ਅਰਥ ਹੈ ਸਰਬਲੋ ਜੀ, ਤੋ ਇਹਦਾ ਨਾਮ ਰੱਖਿਆ ਸੀ ਮੰਗਲਾ ਚਰਨ ਪੁਰਾਣ। ਫਿਰ ਕਲਗੀਧਰ ਪਾਤਸ਼ਾਹ ਜੀ ਇਹ ਗ੍ਰੰਥ ਲੈ ਕਰਕੇ ਗੁਰੂ ਖਾਲਸਾ ਜੀ ਗੋਦਾਵਰੀ ਦੇ ਤੱਟ ਤੇ ਨੰਦੇੜ ਸ਼ਹਿਰ ਵਿਖੇ ਆਏ। ਉੱਥੇ 9 ਆਨੰਦ ਰਹਿੰਦੇ ਸਨ। ਜਿਸ ਵਕਤ ਸ਼ਿਵਾ ਦੀ ਪਤਨੀ ਇਹ ਸੰਸਾਰ ਤੋਂ ਚਲਾਣਾ ਕਰ ਗਈ ਤੇ ਉਸ ਵਕਤ ਸ਼ਿਵ ਜੀ ਗੁਰੂ ਖਾਲਸਾ ਜੀ ਬੌਰੇ ਹੋ ਕੇ ਤੇ ਜੰਗਲਾਂ ਦੇ ਵਿੱਚ ਘੁੰਮਣ ਲੱਗ ਪਏ ਤੇ ਸਤੀ ਦਾ ਬੜਾ ਵਿਯੋਗ ਲੱਗਾ। ਤੇ ਸ਼ਿਵਾ ਜੀ ਦਾ ਵਾਹਨ ਸੀ ਨੰਦ ਬੈਲ, ਤੇ ਨੰਦ ਚਾਹੁੰਦਾ ਏ ਵੀ ਮੈਂ ਆਪਣੇ ਮਾਲਕ ਨੂੰ ਕਿਵੇਂ ਨਾ ਕਿਵੇਂ ਪ੍ਰਸੰਨ ਕਰਾਂ। ਬੜੇ ਯਤਨ ਕੀਤੇ। ਸ਼ਿਵ ਜੀ ਨੇ ਗੁੱਸੇ ਵਿੱਚ ਆ ਕੇ ਨੰਦ ਬੈਲ ਦੇ ਤਾਈਂ ਲੱਤ ਮਾਰੀ ਤੇ ਕਹਿੰਦੇ ਨੇ ਵੀ ਉਹ ਜਾ ਕਰਕੇ ਗੋਦਾਵਰੀ ਤੱਟ ਤੇ ਡਿੱਗ ਪਿਆ। ਉੱਥੇ 9 ਰਿਸ਼ੀਵਰ ਰਹਿੰਦੇ ਸਨ ਤੇ ਉਹਨਾਂ ਦਾ ਇੱਕ ਗੁਰੂ ਸੀ ਜਿਹਦਾ ਨਾਮ ਬ੍ਰਹਮਾ ਸੀ। ਇਹਨਾਂ ਨੇ ਮਿਲ ਕਰਕੇ ਨੰਦ ਬੈਲ ਦੀ ਸੇਵਾ ਕੀਤੀ ਤੇ ਜਿਹਦੇ ਤੋਂ ਗੁਰੂ ਖਾਲਸਾ ਜੀ ਉਹਨਾਂ ਰਿਸ਼ੀਆਂ ਦੀ ਸੰਗਿਆ ਨੰਦ ਪੈ ਗਈ। ਫਿਰ ਉਹਨਾਂ ਦੇ ਗੁਰੂ ਨੂੰ ਬ੍ਰਹਮਾਨੰਦ ਤੇ 9 ਜਿਹੜੇ ਉਹਦੇ ਚੇਲੇ ਸਨ ਉਹਨਾਂ ਨੂੰ 9 ਆਨੰਦ ਕਹਿਣ ਲੱਗ ਪਏ, ਜਿਨ੍ਹਾਂ ਤੋਂ ਫਿਰ ਅੱਗੇ ਨੰਦੇੜ ਸ਼ਹਿਰ ਵਸਿਆ ਹੈ। ਇਹ ਗੋਦਾਵਰੀ ਤਟ ਉੱਪਰ ਤਪੱਸਿਆ ਕਰਦੇ ਸਨ। ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨਾਂ ਬਾਰੇ ਬ੍ਰਹਮਾਨੰਦ ਨੂੰ ਦੁਸ਼ਟ ਦਮਨ ਜੀ ਨੇ ਕਲਗੀਧਰ ਜੀ ਨੇ ਦੱਸਿਆ ਅਤੇ ਅਕਾਲ ਪੁਰਖ ਪਰਮੇਸ਼ਰ ਨੇ ਜੋ ਸਰਬਲੋ ਅਵਤਾਰ ਦੇ ਬਾਰੇ ਦੱਸਿਆ ਸੀ। ਮਹਾਰਾਜ ਨੇ 1.25 ਲੱਖ ਸੰਸਕ੍ਰਿਤ ਸ਼ਲੋਕਾਂ ਵਿੱਚ ਜੋ ਕਥਾ ਲਿਖੀ ਸੀ, ਉਹ ਗੁਰੂ ਖਾਲਸਾ ਜੀ ਗ੍ਰੰਥ ਬ੍ਰਹਮਾਨੰਦ ਨੂੰ ਦੇ ਦਿੱਤਾ ਅਤੇ ਕਿਹਾ ਜਦੋਂ ਅਸੀਂ ਕਲਯੁਗ ਦੇ ਵਿੱਚ ਆ ਕੇ ਪ੍ਰਗਟ ਹੋਵਾਂਗੇ ਤੇ ਤੁਹਾਡੇ ਕੋਲੋਂ ਇਹ ਗ੍ਰੰਥ ਲੈ ਲਵਾਂਗੇ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਿਰ ਜਦੋਂ ਗੁਰੂ ਖਾਲਸਾ ਜੀ ਕਲਯੁਗ ਦੇ ਵਿੱਚ ਆ ਕਰਕੇ ਪ੍ਰਗਟ ਹੋਏ ਨੇ, ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਹਜੂਰ ਸਾਹਿਬ ਦੀ ਧਰਤੀ ਤੇ ਗਏ ਨੇ। ਉਸ ਵਕਤ 9 ਆਨੰਦ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜੂਰੀ ਵਿੱਚ ਆਏ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਆਓ 9 ਆਨੰਦੋ ਸਾਡੀ ਅਮਾਨਤ ਦਿਓ, ਕਿਉਂਕਿ ਜਦੋਂ ਬ੍ਰਹਮਾਨੰਦ ਦੀ ਆਜੂ ਪੂਰੀ ਹੋਈ ਤੇ ਉਹ ਸੱਚਖੰਡ ਨੂੰ ਜਾਣ ਲੱਗਾ ਤੇ 9 ਆਨੰਦਾਂ ਨੇ ਕਿਹਾ ਸੀ ਵੀ ਸਾਨੂੰ ਕਿਹਦੇ ਲੜ ਲਾ ਚੱਲੇ ਹੋ। ਤੇ ਬ੍ਰਹਮਾਨੰਦ ਨੇ ਕਿਹਾ ਵੀ ਆਹ ਲੈ ਲਓ, ਇਹ ਜੋ ਮੰਗਲਾਚਰਨ ਪੁਰਾਣ ਹੈ ਇਹ ਦੁਸ਼ਟ ਦਮਨ ਜੀ ਦਾ ਇਹ ਕਲਯੁਗ ਵਿੱਚ ਉਹ ਆਉਣਗੇ, ਤੁਹਾਡੇ ਕੋਲੋਂ ਅਮਾਨਤ ਮੰਗਣਗੇ ਤੇ ਫਿਰ ਉਹ ਤੁਹਾਡਾ ਭਲਾ ਕਰਨਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, 9 ਆਨੰਦੋ
ਆਓ ਸਾਡੀ ਅਮਾਨਤ ਦਿਓ। ਇਹ ਨੌ ਆਨੰਦ ਗੁਰੂ ਖਾਲਸਾ ਜੀ ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੈ ਭਾਉ। ਇਹ ਅਵਸਥਾ ਨੂੰ ਪ੍ਰਾਪਤ ਸੀ। ਇਹ ਗੁਪਤ ਵੀ ਹੋ ਸਕਦੇ ਸਨ, ਪ੍ਰਗਟ ਵੀ ਹੋ ਸਕਦੇ ਸਨ, ਤੇ ਅਗੰਮੀ ਪਹਿਰੇ ਵਿੱਚ ਇਹ ਨੰਦੇੜ ਦੇ ਵਿੱਚ ਵਿਚਰਦੇ ਸਨ। ਸੱਚੇ ਪਾਤਸ਼ਾਹ ਜੀ ਨੇ ਆਪਣੀ ਅਮਾਨਤ ਮੰਗੀ। ਇਹਨਾਂ ਨੇ ਮੰਗਲਾਚਰਨ ਪੁਰਾਣ ਮਹਾਰਾਜ ਸਾਹਿਬ ਜੀ ਨੂੰ ਹਾਜ਼ਰ ਕੀਤਾ, ਤੇ ਨਾਲ ਇੱਕ ਸਰਸਵਤੀ ਪੁਰਾਣ ਤੇ ਇੱਕ ਸੁਕਰਾ ਪੁਰਾਣ, ਸੁਕਰਾ ਭਾਸਿਆ, ਸਰਸਵਤੀ ਭਾਸਿਆ, ਇਹ ਦੋ ਭਾਸਿਆ ਮਹਾਰਾਜ ਸਾਹਿਬ ਜੀ ਨੂੰ, ਇਹ ਦੋ ਗ੍ਰੰਥ ਹੋਰ ਇਹਨਾਂ ਨੌ ਨੰਦਾਂ ਨੇ ਦਿੱਤੇ ਸਨ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੁੱਛਿਆ, ਨੌ ਨੰਦੋ, ਇਹ ਜਿਹੜਾ ਮੰਗਲਾਚਰਨ ਪੁਰਾਣ ਹੈ ਇਹ ਤੇ ਸਾਡੀ ਅਮਾਨਤ ਹੈ, ਆ ਜਿਹੜੇ ਦੋ ਗ੍ਰੰਥ ਹੋਰ ਦਿੱਤੇ ਨੇ ਇਹ ਕਿੱਥੋਂ ਲਿਆਏ ਹੋ? ਤੇ ਕਹਿਣ ਲੱਗੇ ਵੀ ਸਾਡੇ ਗੁਰੂ ਬ੍ਰਹਮਾਨੰਦ ਨੇ ਸਾਨੂੰ ਇਹ ਮੰਗਲਾਚਰਨ ਪੜ੍ਹਾਇਆ ਸੀ। ਜੋ ਉਹਨਾਂ ਨੇ ਪੜ੍ਹਾਇਆ ਸੀ ਉਹਦੇ ਟੀਕੇ ਅਨੁਵਾਦ ਕਰ ਲਏ ਅੱਗੇ। ਮੇਰਾ ਨਾਮ ਸੁਕਰਾਨੰਦ ਹੈ, ਮੈਂ ਜਿਹੜਾ ਅਨੁਵਾਦ ਕੀਤਾ ਉਹਦਾ ਨਾਮ ਸੁਕਰਾ ਭਾਸਿਆ ਰੱਖਿਆ ਹੈ। ਦੂਜਾ ਕਹਿਣ ਲੱਗਾ ਮੇਰਾ ਨਾਮ ਸਰਸਵਤੀ ਨੰਦ ਹੈ, ਮੈਂ ਜਿਹੜਾ ਭਾਸਿਆ ਕੀਤਾ ਹੈ ਮੈਂ ਉਹਦਾ ਨਾਮ ਸਰਸਵਤੀ ਭਾਸਿਆ ਰੱਖਿਆ ਹੈ। ਭਾਸਿਆ ਗੁਰੂ ਖਾਲਸਾ ਜੀ ਟੀਕੇ ਨੂੰ ਕਹਿੰਦੇ ਨੇ। ਸੱਚੇ ਪਾਤਸ਼ਾਹ ਜੀ ਨੇ ਉਹਨਾਂ ਉੱਪਰ ਖੁਸ਼ੀ ਕੀਤੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਗੁਰਮੁਖ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੌ ਨੰਦਾਂ ਨੂੰ ਜਿਹੜੇ ਰਿਖੀਆਂ ਦਾ ਰੂਪ ਧਾਰ ਕੇ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ ਸਨ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਤੇ ਪਿਆਰੇ ਭਾਈ ਦਇਆ ਸਿੰਘ ਜੀ ਤੇ ਹੋਰ ਪੰਜੀ ਗੁਰੂ ਕੇ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਦੇ ਰਹੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਮੰਗਲਾਚਰਨ ਪੁਰਾਣ ਸੰਸਕ੍ਰਿਤ ਵਿੱਚ ਸੀ ਅਤੇ ਜਿਹੜਾ ਸਰਸਵਤੀ ਭਾਸਿਆ ਸੀ, ਸੁਕਰਾ ਭਾਸਿਆ ਸੀ, ਉਹਦੇ ਵਿੱਚੋਂ ਮਹਾਰਾਜ ਨੇ ਚੁਣ ਚੁਣ ਕਰਕੇ ਇਹ ਗੁਰੂ ਖਾਲਸਾ ਜੀ ਬ੍ਰਜ ਬੋਲੀ ਵਿੱਚ ਵੱਖ-ਵੱਖ ਭਾਸ਼ਾਵਾਂ ਇਹ ਗ੍ਰੰਥ ਵਿੱਚ ਵਰਤ ਕਰਕੇ ਇਹ ਮੰਗਲਾਚਰਨ ਪੁਰਾਣ ਤਿਆਰ ਕੀਤਾ। ਇਹਦਾ ਬਾਅਦ ਵਿੱਚ ਨਾਮ ਸਰਬਲੋ ਗ੍ਰੰਥ ਪੈ ਗਿਆ। ਗੁਰੂ ਖਾਲਸਾ ਜੀ ਜਿਹੜੇ ਪੁਰਾਣੇ ਮਹਾਂਪੁਰਖ ਨੇ ਉਹ ਇਹਨੂੰ ਸਰਬਲੋ ਪ੍ਰਕਾਸ਼ ਗ੍ਰੰਥ ਕਿਹਾ ਕਰਦੇ ਸਨ। ਪ੍ਰਕਾਸ਼ ਦਾ ਅਰਥ ਹੁੰਦਾ ਇਹ ਪ੍ਰਗਟ, ਕਿਉਂਕਿ ਇਹ ਗ੍ਰੰਥ ਵਿੱਚ ਸਰਬਲੋ ਅਵਤਾਰ ਦੀ ਕਥਾ ਪ੍ਰਗਟ ਕਰਕੇ ਲਿਖੀ ਹੈ। ਕਈਆਂ ਨੇ ਇਹ ਗ੍ਰੰਥ ਦਾ ਨਾਮ ਲੋਹ ਪ੍ਰਕਾਸ਼ ਵੀ ਲਿਖਿਆ ਹੈ। ਤੇ ਆਮ ਗੁਰੂ ਖਾਲਸਾ ਜੀ ਸਰਬਲੋ ਗੁਰੂ ਗ੍ਰੰਥ ਸਾਹਿਬ ਜੀ ਇਹ ਗ੍ਰੰਥ ਨੂੰ ਕਹਿੰਦੇ ਨੇ, ਕਿਉਂਕਿ 10ਵੇਂ ਪਾਤਸ਼ਾਹ ਜੀ ਨੇ ਇਹ ਉਚਾਰਨ ਕੀਤਾ ਹੋਇਆ ਗ੍ਰੰਥ ਹੈ। ਸੱਚੇ ਪਾਤਸ਼ਾਹ ਜੀ ਨੇ ਕੁਝ ਪ੍ਰਸੰਗ ਮੁਕਤਸਰ ਸਾਹਿਬ ਦੀ ਧਰਤੀ ਤੇ ਉਚਾਰੇ, ਕੁਝ ਮਹਾਰਾਜ ਨੇ ਦਮਦਮੇ ਸਾਹਿਬ ਤੇ ਉਚਾਰੇ, ਕੁਝ ਆਨੰਦਪੁਰ ਸਾਹਿਬ ਵਿਖੇ ਉਚਾਰੇ। ਇਹ ਸਾਰੇ ਪ੍ਰਸੰਗ ਵੀ ਇਸ ਗ੍ਰੰਥ ਵਿੱਚ ਪਾ ਕਰਕੇ ਅਤੇ ਸੰਸਕ੍ਰਿਤ ਦੇ ਮੰਗਲਾਚਰਨ ਪੁਰਾਣ ਤੋਂ ਅਨੁਵਾਦ ਕਰਕੇ ਤੇ ਮਹਾਰਾਜ ਸਾਹਿਬ ਜੀ ਨੇ ਇਹ ਗ੍ਰੰਥ ਤਿਆਰ ਕੀਤਾ ਸੀ। ਇਹਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਮੰਗਲਾਚਰਨ ਪੁਰਾਣ ਰੱਖਿਆ। ਮੰਗਲਾ ਨਾਮ ਦੇਵੀ ਦਾ ਹੈ। ਦੇਵੀ ਵੀ ਜਿਸ ਭਗਵਾਨ ਦੇ ਚਰਨਾਂ ਵਿੱਚ ਆ ਕੇ ਪੈਂਦੀ ਹੈ ਉਹ ਭਗਵਾਨ ਦਾ ਨਾਮ ਹੈ ਸਰਬਲੋ। ਸੋ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਹੈ ਵੀ ਜਿਸ ਤਰੀਕੇ ਦੇ ਨਾਲ ਦੇਵਤੇ ਤੇ ਦੈਂਤ ਯੁੱਧ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਨੇ, ਉਹ ਮੈਂ ਟੀਕਾ ਰੂਪ ਗੁਰਮੁਖੀ ਲਿਪੀ ਤੇ 52 ਬੋਲੀਆਂ ਦੇ ਵਿੱਚ ਸੁਧਾਰੀ ਮੈਨੇ ਵਿਚਾਰ ਕਰਕੇ ਐ ਗੁਰੂ ਖਾਲਸਾ ਜੀ ਵਧੇ ਹੋ ਤੁਹਾਨੂੰ ਦੱਸਣਾ ਕੀਤਾ ਏ। ਆਗਲ ਕਥਾ ਜੁਦ ਦੁਹ ਦਲ ਕੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਖਾਲਸਾ ਜੀ ਅੱਗੇ ਵੀ ਹੋਰ ਯੁੱਧ ਦੀ ਕਥਾ ਜਿਵੇਂ ਦਵੇਂ ਦਾਲ ਜੰਗ ਦੇ ਮੈਦਾਨ ਵਿੱਚ ਜੂਝੇ ਨੇ ਉਹ ਤੁਹਾਡੇ ਤਾਈਂ ਮੈਂ ਕਹਾਂਗਾ। ਬੀਰਜ ਨਾਦ ਸੁਰ ਗਵਨੰ। ਹਾਂ, ਜਿਸ ਤਰੀਕੇ ਦੇ ਨਾਲ ਬੀਰਜ ਨਾਦ ਤੇ ਦੇਵਤੇ ਇਸ ਸੰਸਾਰ ਤੋਂ ਪਰਲੋਕ ਨੂੰ ਗਮਨ ਕਰਨਗੇ, ਜਾਂ ਬੀਰਜ ਨਾਦ ਸੁਰ ਗਵਨੰ, ਸੁਰ ਨਾਮ ਸਵਰਗਾਂ ਦਾ ਏ,
ਜਿਵੇਂ ਸਰਬਲੋਕ ਭਗਵਾਨ ਦੇ ਹੱਥੋਂ ਮਾਰ ਕੇ ਸਵਰਗਾਂ ਨੂੰ ਗਮਨ ਕਰੇਗਾ, ਉਹ ਪ੍ਰਸੰਗ ਮੈਂ ਅੱਗੇ ਕਵਾਂਗਾ। ਸਵਾ ਲੱਛ ਚੰਦਨ ਰਚ ਕਾਂਡੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜਾ ਮੈਂ ਸੰਸਕ੍ਰਿਤ ਵਿੱਚ ਗ੍ਰੰਥ ਬਣਾਇਆ ਸੀ ਤੇ ਉਹਦੇ ਸਵਾ ਲੱਖ ਛੰਦ ਸਨ, ਉਹਦੇ ਵਿੱਚ ਸਵਾ ਲੱਖ ਸ਼ਲੋਕ ਸਨ। ਸਵਾ ਲੱਛ ਚੰਦਨ ਰਚ ਕਾਂਡੀ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਸਵਾ ਲੱਖ ਸ਼ਲੋਕਾਂ ਦੇ ਵਿੱਚੋਂ ਇਸ ਗ੍ਰੰਥ ਵਿੱਚ ਮੈਂ ਵੱਖੋ ਵੱਖਰੇ ਛੰਦ ਰਚ ਕਰਕੇ ਵੱਖੋ ਵੱਖਰੇ ਕਾਂਡੀ ਹਿੱਸੇ ਕਹੇ ਨੇ। ਕਿਧਰੇ ਮੈਂ ਯੁੱਧ ਦਾ ਕਾਂਡ ਲਿਖਿਆ ਏ, ਕਿਧਰੇ ਮੈਂ ਗਿਆਨ ਦਾ ਕਾਂਡ ਲਿਖਿਆ ਏ, ਕਿਧਰੇ ਮੈਂ ਭਗਤੀ ਦਾ ਕਾਂਡ ਲਿਖਿਆ ਏ। ਸਵਾ ਲੱਖ ਸ਼ਲੋਕਾਂ ਦੇ ਵਿੱਚੋਂ ਵੱਖੋ ਵੱਖਰੇ ਛੰਦ ਰਚ ਕਰਕੇ ਅਤੇ ਵੱਖੋ ਵੱਖਰੇ ਹਿੱਸੇ ਰਚ ਕੇ ਕਾਂਡ ਰਚ ਕੇ ਮੈਂ ਇਹ ਗ੍ਰੰਥ ਬਣਾਉਣਾ ਕੀਤਾ ਹੈ। ਸਭੀ ਪ੍ਰਸੰਗਨ ਤਵਨੰ। ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਸਾਰੇ ਹੀ ਪ੍ਰਸੰਗ ਤਵਨੰ ਕਹੀਏ ਤਿਵੇਂ ਹੀ ਜਿਵੇਂ ਮੈਂ ਅਕਾਲ ਪੁਰਖ ਪਰਮੇਸ਼ਰ ਦੇ ਪਾਸੋਂ ਸੁਣੇ ਸਨ, ਤਿਵੇਂ ਸਾਰੇ ਪ੍ਰਸੰਗ ਮੈਂ ਇਹ ਗ੍ਰੰਥ ਵਿੱਚ ਲਿਖੇ ਹਨ। ਆਦ ਮੱਧ ਅੰਤ ਇਤਿਹਾਸਨ। ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਆਦ ਵਿੱਚ ਮੈਂ ਭਵਾਨੀ ਦੀ ਉਸਤਤ ਕੀਤੀ ਹੈ, ਮੱਧ ਦੇ ਵਿੱਚ ਮੈਂ ਕਥਾ ਲਿਖੀ ਹੈ, ਜਿਸ ਤਰੀਕੇ ਨਾਲ ਕਾਲੰਕਾ ਦੈਂਤ ਪ੍ਰਗਟ ਹੋਇਆ ਤੇ ਉਸ ਨੂੰ ਇੰਦਰ ਨੇ ਮਾਰਿਆ ਤੇ ਇੰਦਰ ਦੇ ਮਨ ਵਿੱਚ ਗੁਮਾਨ ਆਇਆ ਤੇ ਮਹਾਂ ਵਿਸ਼ਨੂੰ ਭਗਵਾਨ ਨੇ ਕਿਹਾ ਵੀ ਇੰਦਰ ਦਾ ਗੁਮਾਨ ਲਾਉਣ ਵਾਲਾ ਵੀ ਦੁਨੀਆ ਦੇ ਉੱਪਰ ਪ੍ਰਗਟ ਹੋਵੇਗਾ ਤੇ ਫਿਰ ਬੀਰਜਨਾਥ ਦੈਂਤ ਪ੍ਰਗਟ ਹੋਇਆ। ਇਹ ਕਥਾ ਮੈਂ ਮੱਧ ਵਿੱਚ ਲਿਖੀ ਹੈ ਅਤੇ ਅੰਤ ਦੇ ਵਿੱਚ ਵੀ ਮੈਂ ਇਤਿਹਾਸ ਲਿਖਿਆ ਹੈ ਵੀ ਜਿਸ ਤਰੀਕੇ ਨਾਲ ਬੀਰਜਨਾਥ ਦਾ ਨਿਧਨ ਹੁੰਦਾ ਹੈ ਤੇ ਸਰਬਲੋਕ ਭਗਵਾਨ ਦੀਆਂ ਜਿਵੇਂ ਆਰਤੀਆਂ ਸਾਰੇ ਦੇਵਤਿਆਂ ਵੱਲੋਂ ਕੀਤੀਆਂ ਜਾਂਦੀਆਂ ਨੇ, ਇਹ ਸਾਰਾ ਹੀ ਇਤਿਹਾਸ ਸਵਾ ਲੱਖ ਸ਼ਲੋਕਾਂ ਵਿੱਚੋਂ ਚੁਣ ਕੇ ਤੇ ਵੱਖ-ਵੱਖ ਛੰਦ ਰਚ ਕੇ ਵੱਖੋ ਵੱਖਰੇ ਕਾਂਡ ਬਣਾ ਕੇ ਤੇ ਜਿਵੇਂ ਮੈਂ ਪ੍ਰਸੰਗ ਸੁਣੇ ਅਕਾਲ ਪੁਰਖ ਪਰਮੇਸ਼ਰ ਦੇ ਕੋਲੋਂ ਤਿਵੇਂ ਹੀ ਇਸ ਗ੍ਰੰਥ ਵਿੱਚ ਲਿਖਣਾ ਕੀਤੇ ਨੇ। ਸਮਰ ਕਾਂਡ ਸੁਭ ਚਵਨੰ। ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਚੰਗੇ ਚਾਅ ਦੇ ਨਾਲ ਮੈਂ ਯੁੱਧ ਦਾ ਕਾਂਡ ਇਹ ਗ੍ਰੰਥ ਦੇ ਵਿੱਚ ਵਿਸ਼ੇਸ਼ ਕਰਕੇ ਕਿਹਾ ਏ, ਕਿਉਂਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿੰਨੀ ਵੀ ਬਾਣੀ ਪੜ੍ਹਦੇ ਹਾਂ, ਸਾਰੀ ਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਯੁੱਧ ਦਾ ਪ੍ਰਸੰਗ ਵਿਸ਼ੇਸ਼ ਕਰਕੇ ਲਿਖਿਆ ਹੈ। ਗੁਰੂ ਖਾਲਸਾ ਜੀ ਦੁਨੀਆ ਦੇ ਉੱਪਰ 3 ਰਮਾਇਣਾਂ ਨੇ। ਇੱਕ ਗੁਰੂ ਖਾਲਸਾ ਜੀ ਭਗਵਾਨ ਵਾਲਮੀਕ ਨੇ ਲਿਖੀ ਹੈ, ਇੱਕ ਤੁਲਸੀ ਜੀ ਨੇ ਲਿਖੀ ਹੈ। ਇਹਨਾਂ ਦੋਨਾਂ ਰਮਾਇਣਾਂ ਨੂੰ ਪੜ੍ਹ ਕੇ ਤੇ ਬੰਦਾ ਕਿਰਪਾਨ ਸੁੱਟ ਕੇ ਤੇ ਹੱਥ ਵਿੱਚ ਮਾਲਾ ਫੜ ਲੈਂਦਾ ਏ ਤੇ ਮੂੰਹੋਂ ਰਾਮ ਰਾਮ ਕਹਿਣ ਲੱਗ ਪੈਂਦਾ ਏ। ਪਰ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 10ਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਮਾਇਣ ਲਿਖੀ ਹੈ, ਉਹਨੂੰ ਪੜ੍ਹ ਕੇ ਤੇ ਬੰਦਾ ਮਾਲਾ ਸੁੱਟ ਦਿੰਦਾ ਤੇ ਹੱਥ ਵਿੱਚ ਕਿਰਪਾਨ ਫੜ ਲੈਂਦਾ ਏ ਤੇ ਕਿਰਪਾਨ ਫੜ ਕੇ ਜੰਗ ਦੇ ਮੈਦਾਨ ਵਿੱਚ ਜੂਝਣ ਵਾਸਤੇ ਤਿਆਰ ਹੋ ਜਾਂਦਾ ਏ। ਮੇਰੇ ਕਹਿਣ ਤੋਂ ਭਾਵ ਹੈ ਕਿ ਵਾਲਮੀਕ ਤੇ ਤੁਲਸੀ ਜੀ ਨੇ ਆਪਣੀਆਂ ਰਮਾਇਣਾਂ ਦੇ ਵਿੱਚ ਭਗਤੀ ਦੇ ਪ੍ਰਸੰਗ ਬੜੇ ਲੰਮੇ ਕਰਕੇ ਲਿਖੇ ਨੇ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਨੇ ਗੁਰੂ ਖਾਲਸਾ ਜੀ ਭਗਤੀ ਨੂੰ ਬੜਾ ਸੰਖੇਪ ਲਫ਼ਜ਼ਾਂ ਵਿੱਚ ਅਤੇ ਯੁੱਧ ਦੇ ਕਾਂਡ ਨੂੰ ਬੜਾ ਵਧਾ ਕੇ ਲਿਖਿਆ ਹੈ। ਸੂਰਮਿਆਂ ਦੇ ਵਿੱਚ ਵੀਰ ਰਸ ਭਰਨ ਵਾਸਤੇ ਸਨਾਤਨੀ ਹਿੰਦੂ ਛਤਰੀਆਂ ਦੀ ਸੁੱਤੀ ਹੋਈ ਅਣਖ ਨੂੰ ਜਗਾਉਣ ਵਾਸਤੇ ਮਹਾਰਾਜ ਸਾਹਿਬ ਜੀ ਨੇ 24 ਅਵਤਾਰਾਂ ਦੇ ਵੀਰ ਰਸੀ ਪ੍ਰਸੰਗ ਲਿਖੇ ਨੇ। ਇਦਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਹ ਜਿਹੜਾ ਗ੍ਰੰਥ ਹੈ, ਇਸ ਗ੍ਰੰਥ ਵਿੱਚ ਜਿਹੜਾ ਯੁੱਧ ਦਾ ਕਾਂਡ ਹੈ ਨਾ, ਉਹ ਬੜੇ ਚਾਅ ਦੇ ਨਾਲ ਮੈਂ ਕਹਿਣਾ ਕੀਤਾ ਏ। ਭਗਤ ਕਾਂਡ ਅਰ ਗਿਆਨ ਕਾਂਡ। ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਗ੍ਰੰਥ ਵਿੱਚ ਮੈਂ ਭਗਤੀ ਦਾ ਕਾਂਡ ਵੀ ਵਰਣਨ ਕੀਤਾ ਏ। ਇਹ ਗ੍ਰੰਥ ਦੇ ਵਿੱਚ ਮੈਂ ਗਿਆਨ ਦਾ ਕਾਂਡ ਵੀ ਵਰਣਨ ਕੀਤਾ ਏ। ਜਦੋਂ ਗੁਰੂ ਖਾਲਸਾ ਜੀ ਇਹ ਗ੍ਰੰਥ ਨੂੰ ਆਪਾਂ ਪੜਾਂਗੇ, ਇਹਦੇ ਵਿੱਚ ਸਾਨੂੰ ਭਗਤੀ ਦਾ ਕਾਂਡ ਤੇ ਗਿਆਨ ਦਾ ਕਾਂਡ ਵੀ ਪ੍ਰਾਪਤ ਹੋਵੇਗਾ।
ਨਿਰਾਕਾਰ ਦੀ ਉਪਾਸਨਾ ਗੁਰੂ ਖਾਲਸਾ ਜੀ ਗਿਆਨ ਰੂਪ ਹੈ ਤੇ ਸਰਗੁਣ ਦੀ ਉਪਾਸਨਾ ਭਗਤੀ ਰੂਪ ਹੈ। ਇੱਕ ਤਾਂ ਮਹਾਰਾਜ ਨੇ ਪਿੱਛੇ ਵੀ ਲਿਖਿਆ ਹੈ ਵੀ ਗਿਆਨ ਦੇ ਨਾਲੋਂ ਭਗਤੀ ਉੱਤਮ ਹੈ। ਸੋ ਸੱਚੇ ਪਾਤਸ਼ਾਹ ਜੀ ਨੇ ਗਿਆਨ ਕਾਂਡ ਤੇ ਭਗਤੀ ਕਾਂਡ, ਕਾਂਡ ਦਾ ਅਰਥ ਗੁਰੂ ਖਾਲਸਾ ਜੀ ਹਿੱਸਾ, ਅਧਿਆਏ, ਪ੍ਰਸੰਗ, ਇਸ ਤਰੀਕੇ ਦੇ ਨਾਲ ਵੱਖੋ ਵੱਖਰੇ ਅਰਥ ਨੇ। ਕਹਿਣ ਤੋਂ ਭਾਵ ਹੈ ਵੀ ਜਿਵੇਂ ਸਕੂਲ ਦੇ ਵਿੱਚ ਆਪਾਂ ਪੜ੍ਹਨ ਜਾਂਦੇ ਹਾਂ ਤੇ 7 ਸਬਜੈਕਟ ਹੁੰਦੇ ਨੇ, 7 ਵਿਸ਼ੇ ਹੁੰਦੇ ਨੇ, ਕੋਈ ਸਾਇੰਸ ਦਾ ਏ, ਕੋਈ ਗਣਿਤ ਦਾ ਏ। ਵਿਸ਼ੇ ਭਾਵੇਂ ਵੱਖੋ ਵੱਖਰੇ ਨੇ ਪਰ ਇਹਨਾਂ ਵਿਸ਼ਿਆਂ ਨੂੰ ਪੜ੍ਹਨ ਦਾ ਇੱਕੋ ਇੱਕ ਮਕਸਦ ਹੈ ਵੀ ਬੰਦਾ ਸਿਆਣਾ ਹੋ ਜਾਵੇ ਤੇ ਸੰਸਾਰ ਦੇ ਵਿੱਚ ਜੀਣ ਜੋਗਾ ਹੋ ਜਾਵੇ, ਪੜ੍ਹ ਲਿਖ ਕਰਕੇ ਤੇ ਚੰਗਾ ਅਫਸਰ ਨੌਕਰੀ ਤੇ ਲੱਗ ਕੇ ਤੇ ਆਪਣਾ ਨਾਮ ਨਾ ਖੱਟੇ। ਇਸੇ ਤਰੀਕੇ ਨਾਲ ਭਾਵੇਂ ਯੁੱਧ ਦਾ ਕਾਂਡ ਹੈ ਤੇ ਭਾਵੇਂ ਭਗਤੀ ਦਾ ਕਾਂਡ ਹੈ, ਭਾਵੇਂ ਗਿਆਨ ਦਾ ਕਾਂਡ ਹੈ, ਕਾਂਡ ਦਾ ਅਰਥ ਸਬਜੈਕਟ ਹੈ। ਗੁਰੂ ਖਾਲਸਾ ਜੀ ਇਹਨਾਂ ਸਾਰਿਆਂ ਦਾ ਮੰਤਵ ਇਹੀ ਹੈ ਕਿ ਸੰਸਾਰ ਦੇ ਜਨਮ ਮਰਨ ਦੇ ਬੰਧਨਾਂ ਤੋਂ ਛੁੱਟ ਕਰਕੇ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਗ੍ਰੰਥ ਦੇ ਵਿੱਚ ਮੈਂ ਭਗਤੀ ਦਾ ਕਾਂਡ ਵੀ ਕਿਹਾ ਏ ਤੇ ਗਿਆਨ ਦਾ ਕਾਂਡ ਵੀ ਕਿਹਾ ਏ ਤੇ 1.25 ਲੱਖ ਸ਼ਲੋਕਾਂ ਦੇ ਵਿੱਚੋਂ ਤੇ ਚੁਣ ਚੁਣ ਕੇ ਵੱਖੋ ਵੱਖਰੇ ਛੰਦ ਰਚ ਰਚ ਕੇ ਇਹ ਵੱਖੋ ਵੱਖਰੇ ਸਬਜੈਕਟ, ਵੱਖੋ ਵੱਖਰੇ ਵਿਸ਼ੇ ਮੈਂ ਕਹੇ ਹਨ। ਉਪਾਸਨਾ ਧਾਰਨ ਜਵਨੰ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਵੇਂ ਵਾਹਿਗੁਰੂ ਅਕਾਲ ਪੁਰਖ ਦੀ ਉਪਾਸਨਾ ਕਰਨੀ ਹੈ, ਉਪਾਸਨਾ ਧਾਰਨ, ਜੇ ਤੁਸੀਂ ਸਰਗੁਣ ਦੀ ਉਪਾਸਨਾ ਕਰਨੀ ਹੈ ਤੇ ਭਗਤੀ ਕਰ ਲੋ, ਜੇ ਨਿਰਗੁਣ ਦੀ ਉਪਾਸਨਾ ਕਰਨੀ ਹੈ ਤੇ ਗਿਆਨ ਦੀ ਕਮਾਈ ਕਰ ਲੋ। ਤੋ ਜਵਨੰ ਜੈਸੇ ਜੈਸੇ ਜਿਹੜੇ ਜਿਹੜੇ ਜੋ ਜੋ ਪ੍ਰਸੰਗ ਸਨ ਉਹਨਾਂ ਨੂੰ ਮੈਂ ਉਸੇ ਪ੍ਰਕਾਰ ਹੀ ਕਥਨ ਕੀਤਾ ਏ। ਉਪਾਸਨਾ ਧਾਰਨ ਇਹਦਾ ਅਰਥ ਹੈ ਉਪਾਸਨਾ ਕਰਨੀ। ਜਵਨੰ ਮੈਨੇ ਜਿਹੜੀ ਕਿਸੇ ਨੇ ਉਪਾਸਨਾ ਕਰਨੀ ਹੈ ਵੈਸਾ ਹੀ ਪ੍ਰਸੰਗ ਇਹ ਗ੍ਰੰਥ ਵਿੱਚੋਂ ਪੜ੍ਹ ਕਰਕੇ ਤੇ ਬੰਦਾ ਉਪਾਸਨਾ ਕਰਕੇ ਆਪਣੇ ਜਨਮ ਨੂੰ ਸਫਲਿਆ ਕਰ ਸਕਦਾ ਏ। ਤੇ ਸਭ ਕਥਾ ਅਲਪ ਬਹੁ ਭਾਖੀ, ਮਹਾਰਾਜ ਗੁਰੂ ਸਾਹਿਬ ਜੀ ਕਹਿੰਦੇ ਵੀ ਕਥਾ ਦੇ ਖਾਲਸਾ ਜੀ ਬੜੀ ਲੰਮੀ ਸੀ ਪਰ ਇਹ ਕਥਾ ਮੈਂ ਬੜੀ ਅਲਪ ਛੋਟੀ ਜੀ ਕਹਿ ਕਰਕੇ ਤੁਹਾਨੂੰ ਦੱਸਣਾ ਕੀਤੀ ਹੈ। ਬਿਸਨ ਪਦਾ ਜੁਤ ਰਾਗਨ, ਹਾਂ ਇਹ ਗ੍ਰੰਥ ਵਿੱਚ ਮੈਂ ਬਿਸਨ ਪਦਾ ਵਿਸ਼ੇਸ਼ ਕਰਕੇ ਵਰਤਿਆ ਏ। ਵੇਖੋ ਗੁਰੂ ਖਾਲਸਾ ਜੀ ਹਰੇਕ ਰਾਗ ਦੇ ਮੋਹਰੇ ਮਹਾਰਾਜ ਨੇ ਬਿਸਨ ਪਦ ਲਿਖਿਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਬਿਸਨ ਪਦ ਮੈਂ ਵਿਸ਼ੇਸ਼ ਕਰਕੇ ਲਿਖਿਆ ਹੈ ਤੇ ਰਾਗਾਂ ਦੇ ਸਮੇਤ ਇਹ ਗ੍ਰੰਥ ਮੈਂ ਲਿਖਿਆ ਹੈ। ਬਿਸਨ ਪਦੇ ਦੇ ਨਾਲ ਵੱਖੋ ਵੱਖਰੇ ਰਾਗ ਜੋੜ ਕਰਕੇ ਤੇ ਇਹ ਮੈਂ ਗ੍ਰੰਥ ਤਿਆਰ ਕੀਤਾ ਏ। ਸ੍ਰੀ ਮੰਗਲਾ ਚਰਨ ਪੁਰਾਨ ਮਹਿ, ਮਹਾਰਾਜ ਕਹਿੰਦੇ ਵੀ ਇਹ ਗ੍ਰੰਥ ਦਾ ਨਾਮ ਹੈ ਸ੍ਰੀ ਮੰਗਲਾ ਚਰਨ। ਮੰਗਲਾ ਨਾਮ ਦੇਵੀ ਦਾ ਏ, ਚਰਨ ਨਾਮ ਚਰਨਾ ਕਮਲਾਂ ਦਾ ਏ। ਗੁਰੂ ਖਾਲਸਾ ਜੀ ਜਿਹਦੇ ਚਰਨਾ ਕਮਲਾਂ ਵਿੱਚ ਦੇਵੀ ਹੈ ਉਹ ਕੌਣ ਹੈ? ਸਰਬਲੋ ਭਗਵਾਨ। ਕਿਉਂਕਿ ਜਿਸ ਵਕਤ ਬੀਰਜਨਾਥ ਨੇ ਦੇਵੀ ਦੁਰਗਾ ਨੂੰ ਅਸਮਰੱਥ ਕਰ ਦਿੱਤਾ ਸੀ ਉਸ ਵਕਤ ਸਰਬਲੋ ਭਗਵਾਨ ਜੀ ਪ੍ਰਗਟ ਹੋਏ। ਦੇਵਤਿਆਂ ਤੇ ਦੇਵੀ ਦੀ ਪੁਕਾਰ ਨੂੰ ਸੁਣ ਕੇ ਦੇਵੀ ਤੇ ਦੇਵਤਿਆਂ ਦੀ ਰੱਖਿਆ ਕੀਤੀ ਸੀ। ਪੁਰਾਣ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਗੁਰੂ ਖਾਲਸਾ ਜੀ ਕਥਾ ਲਿਖੀ ਹੋਵੇ, ਜਿਹਦੇ ਵਿੱਚ ਇਤਿਹਾਸ ਲਿਖਿਆ ਹੋਵੇ, ਉਹਨਾਂ ਗ੍ਰੰਥਾਂ ਨੂੰ ਪੁਰਾਣ ਕਹਿੰਦੇ ਨੇ। ਜਿਨ੍ਹਾਂ ਵਿੱਚ ਗੁਰੂ ਖਾਲਸਾ ਜੀ ਗਿਆਨ ਲਿਖਿਆ ਹੋਵੇ ਉਹਨਾਂ ਨੂੰ ਵੇਦ ਕਹਿੰਦੇ ਨੇ। ਵੇਦ ਨਾਮ ਗਿਆਨ ਦਾ ਏ, ਪੁਰਾਣ ਨਾਮ ਇਤਿਹਾਸ ਦਾ ਹੈ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਇੱਕ ਇਤਿਹਾਸਕ ਗ੍ਰੰਥ ਹੈ, ਇਹਦਾ ਨਾਮ ਹੈ ਸਰਬਲੋ ਪੁਰਾਣ, ਇਹਦਾ ਨਾਮ ਹੈ ਮੰਗਲਾ ਚਰਨ ਪੁਰਾਣ। ਇਹ 18 ਪੁਰਾਣਾਂ ਵਿੱਚੋਂ ਸ਼੍ਰੀ ਸ਼੍ਰੋਮਣੀ ਹੈ। ਰਾਗ ਪਰਿਵਾਰ ਸੁਭਾਗਨ, ਸੁਭਾਗਨ ਦਾ ਅਰਥ ਹੈ ਸਮੂਹ। ਇਹ ਗ੍ਰੰਥ ਵਿੱਚ ਸਾਰੇ ਰਾਗ ਤੇ ਰਾਗਾਂ ਦੇ ਪਰਿਵਾਰ ਕਹੇ ਨੇ। ਜਿਵੇਂ ਗੁਰੂ ਖਾਲਸਾ ਜੀ ਕਈ ਰਾਗ ਮਾਲਾ ਤੇ ਰੌਲਾ ਪਾਉਂਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੇ ਰਾਗਾਂ ਦਾ ਵਰਣਨ ਨਹੀਂ ਹੈ, ਜਿਹੜੇ 84 ਰਾਗ ਨੇ। ਇੱਕ ਰਾਗ ਦੇ ਅੱਗੇ ਗੁਰੂ ਖਾਲਸਾ ਜੀ ਘਰ ਵਾਲੀਆਂ ਨੇ, ਉਹਨਾਂ ਦੇ ਅੱਗੇ ਪੁੱਤਰ ਨੇ। ਇਹ ਜਿਹੜਾ ਸਾਰਾ ਹੀ ਪਰਿਵਾਰ ਹੈ
18-10-20 ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ। ਸਰਬਲੋਕ ਗ੍ਰੰਥ ਨੂੰ ਪੜ੍ਹ ਕੇ ਵੇਖੀਏ ਤੇ ਮਹਾਰਾਜ ਨੇ ਸਾਰਾ ਹੀ ਰਾਗਾਂ ਦਾ ਪਰਿਵਾਰ ਇਹ ਗ੍ਰੰਥ ਦੇ ਵਿੱਚ ਵਰਣਨ ਕੀਤਾ ਹੈ। ਕੋਈ ਰਾਗ ਨਹੀਂ ਰਾਗ ਮਾਲਾ ਵਿੱਚ ਜਿਹੜਾ ਵਰਤਿਆ ਗਿਆ ਹੋਵੇ ਤੇ ਜਿਸ ਰਾਗ ਵਿੱਚ 10ਵੇਂ ਪਾਤਸ਼ਾਹ ਨੇ ਬਾਣੀ ਨਾਲ ਉਚਾਰਨ ਕੀਤੀ ਹੋਵੇ। ਗੁਰੂ ਖਾਲਸਾ ਜੀ 84 ਰਾਗ ਨੇ ਤੇ 84 ਰਾਗਾਂ ਨੂੰ ਹੀ ਮਹਾਰਾਜ ਸਾਹਿਬ ਜੀ ਨੇ ਇਹ ਸਰਬਲੋਕ ਗ੍ਰੰਥ ਦੇ ਵਿੱਚ ਵਰਤਿਆ ਹੋਇਆ ਹੈ। ਸੱਚੇ ਪਾਤਸ਼ਾਹ ਨੇ ਉਪ ਰਾਗ ਵੱਡੇ ਰਾਗ ਪਾ ਕੇ ਲਗਭਗ 300 ਰਾਗ ਇਹ ਸਰਬਲੋਕ ਗ੍ਰੰਥ ਦੇ ਵਿੱਚ ਵਰਤਿਆ ਹੈ। 52 ਬੋਲੀਆਂ ਨੇ ਤੇ ਗੁਰੂ ਖਾਲਸਾ ਜੀ 100 ਤੋਂ ਉੱਪਰ ਮਹਾਰਾਜ ਸਾਹਿਬ ਜੀ ਨੇ ਇਹ ਗ੍ਰੰਥ ਵਿੱਚ ਛੰਦ ਵਰਤੇ ਹੋਏ ਨੇ। ਐਸਾ ਸਤਿਗੁਰੂ ਸਾਹਿਬ ਜੀ ਨੇ ਮਹਾਂਪੁਰਾਣ ਲਿਖਿਆ ਹੈ। ਸੋ ਸੁਭਾਗਣ ਦਾ ਅਰਥ ਸਮੂਹ ਰਾਗ ਤੇ ਸਾਰਾ ਉਹਨਾਂ ਦਾ ਪਰਿਵਾਰ ਮਹਾਰਾਜ ਸਾਹਿਬ ਜੀ ਨੇ ਇਹ ਗ੍ਰੰਥ ਵਿੱਚ ਲਿਖਿਆ ਹੈ। ਤੋ ਭਾਗਣ ਨਾਮ ਭਾਗਾਂ ਦੇ ਸੋ ਸਹਿਤ, ਜਿਹੜਾ ਚੰਗੇ ਭਾਗਾਂ ਦੇ ਸਹਿਤ ਰਾਗਾਂ ਦਾ ਪਰਿਵਾਰ ਹੈ। ਗੁਰੂ ਖਾਲਸਾ ਜੀ ਉਹਦੇ ਤੋਂ ਵੱਡੇ ਕਿਹਦੇ ਭਾਗ ਹੋ ਸਕਦੇ ਨੇ ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਘਰ ਵਿੱਚ ਥਾਂ ਦਿੱਤੀ ਹੋਵੇ। ਰਾਗਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਥਾਂ ਬਖਸ਼ੀ ਹੈ। ਇਸ ਵਾਸਤੇ ਰਾਗ ਜਿਹੜੇ ਨੇ ਸ੍ਰੇਸ਼ਟ ਭਾਗਾਂ ਵਾਲੇ ਨੇ। ਉਹਨਾਂ ਦਾ ਸਾਰਾ ਹੀ ਪਰਿਵਾਰ ਮਹਾਰਾਜ ਨੇ ਸਰਬਲੋਕ ਪ੍ਰਕਾਸ਼ ਗ੍ਰੰਥ ਦੇ ਵਿੱਚ ਵਰਤਿਆ ਹੈ। ਭਾਵ ਸਾਰੇ ਰਾਗਾਂ ਦੇ ਪਰਿਵਾਰ ਨੂੰ ਸਰਬਲੋਕ ਗ੍ਰੰਥ ਵਿੱਚ ਮਹਾਰਾਜ ਨੇ ਥਾਂ ਦਿੱਤੀ ਹੈ, ਮਾਨ ਬਖਸ਼ਿਆ ਹੈ। ਗੁਨਾਨਵਾਦ ਮਾਇਆ ਪਰਮਾਤਮ। ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਇਹ ਗ੍ਰੰਥ ਦੀ ਸ਼ੁਰੂਆਤ ਹੁੰਦੀ ਹੈ ਨਾ, ਉੱਥੇ ਪਹਿਲਾਂ ਮੈਂ ਮਾਇਆ ਤੇ ਪ੍ਰਮਾਤਮਾ ਦਾ ਗੁਨਾਨਵਾਦ ਕੀਤਾ ਹੈ। ਮਾਇਆ ਤੇ ਪ੍ਰਮਾਤਮਾ ਨੇ ਮਿਲ ਕਰਕੇ ਜਿਵੇਂ ਸੰਸਾਰ ਨੂੰ ਪ੍ਰਗਟ ਕੀਤਾ ਹੈ, ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੇ ਮਾਇਆ ਦਾ ਜੋ ਜਸ ਹੈ ਉਹ ਮੈਂ ਲਿਖਣਾ ਕੀਤਾ ਹੈ। ਉਹ ਜਸ ਦੇ ਤਾਂ ਹੀ ਕਹਿਣਾ ਕੀਤਾ ਹੈ, ਵਰਣਨ ਕੀਤਾ ਹੈ। ਗੁਰੂ ਖਾਲਸਾ ਜੀ ਸਰਬਲੋਕ ਗ੍ਰੰਥ ਦੇ ਸ਼ੁਰੂ ਵਿੱਚ ਮਹਾਰਾਜ ਕਹਿੰਦੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਵਾਨੀ ਜੀ ਸਹਾਏ, ਸ੍ਰੀ ਮਾਇਆ ਲక్ష్ਮੀ ਜੀ ਸਹਾਏ। ਉਸਤਤ ਸ੍ਰੀ ਮਾਇਆ ਲక్ష్ਮੀ ਜੀ ਕੀ ਸ੍ਰੀ ਮੁਖ ਵਾਕਿਆ ਪਾਤਸ਼ਾਹੀ 10ਵੀਂ ਦੋਹਰਾ ਛਾਇਆ ਰੂਪੀ ਹੋਏਗਾ ਵਿਚਰਤ ਸ੍ਰੀ ਗੋਪਾਲ। ਆਪੈ ਲక్ష్ਮੀ ਬਾਪ ਧਰੇ ਜੀਉ ਜੰਤ ਪ੍ਰਤਪਾਲ। ਕਈ ਗੁਰੂ ਖਾਲਸਾ ਜੀ ਇਹ ਪੜ੍ਹ ਕੇ ਡਰ ਜਾਂਦੇ ਨੇ ਵੀ ਜਿਹੜੀ ਮਾਇਆ ਏ ਇਹ ਤੇ ਬੜੀ ਮਾੜੀ ਹੈ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਇਆ ਦੀ ਉਸਤਤ ਕਿਵੇਂ ਕਰ ਸਕਦੇ ਨੇ? ਤੇ ਇਹ ਤੋਂ ਮਾਇਆ ਦੀ ਉਸਤਤ ਵਾਲਾ ਗ੍ਰੰਥ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਹੀਂ ਲਿਖਿਆ ਹੋ ਸਕਦਾ। ਕਈ ਤੇ ਗੁਰੂ ਖਾਲਸਾ ਜੀ ਇੱਥੇ ਉਲਝ ਕੇ ਰਹਿ ਜਾਂਦੇ ਨੇ। ਇੱਕ ਗੁਰੂ ਖਾਲਸਾ ਜੀ ਦਾਸ ਦੇ ਨਾਲ ਫੋਨ ਤੇ ਵਿਚਾਰ ਕਰੇ। ਉਹ ਕਹਿੰਦਾ ਜੀ ਤੁਸੀਂ ਕਿਹਾ ਇਹ ਸ੍ਰੀ ਮਾਇਆ, ਮਾਇਆ ਤੇ ਮਾਇਆ ਦਾ ਆਸਰਾ, ਮਾਇਆ ਤੇ ਮਾਇਆ ਦਾ ਪਤੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਦੋਨਾਂ ਦਾ ਇਹ ਅਸਤੋਤਰ ਹੈ, ਦੋਨਾਂ ਦਾ ਗੁਨਾਨਵਾਦ ਕਲਗੀਧਰ ਪਾਤਸ਼ਾਹ ਜੀ ਨੇ ਕੀਤਾ ਹੋਇਆ ਹੈ। ਮੈਂ ਨਹੀਂ ਇਹ ਗੱਲ ਨੂੰ ਮੰਨਦਾ, ਕਲੀਅਰ ਨਹੀਂ ਲਿਖਿਆ ਹੋਇਆ ਕਿ ਮਾਇਆ ਤੇ ਪ੍ਰਮਾਤਮਾ ਦੀ ਇਹ ਉਸਤਤ ਹੈ। ਗੁਰੂ ਖਾਲਸਾ ਜੀ ਆਹ ਦੇਖੋ ਮਹਾਰਾਜ ਕਲਗੀਧਰ ਜੀ ਨੇ ਇੱਥੇ ਕਲੀਅਰ ਕਰਕੇ ਲਿਖ ਦਿੱਤਾ ਹੈ ਮਾਇਆ ਤੇ ਪ੍ਰਮਾਤਮ। ਪ੍ਰਮਾਤਮ ਨਾਮ ਅਕਾਲ ਪੁਰਖ ਦਾ ਹੈ ਜੋ ਪਰਮਾਤਮ ਹੈ, ਜੋ ਪਰਮ ਵੱਡੀ ਹੈ ਤੇ ਸਾਰਿਆਂ ਦਾ ਨਿਜ ਸਰੂਪ ਹੈ। ਸਾਰਿਆਂ ਵਿੱਚ ਜੋ ਜੋਤ ਰੂਪ ਹੋ ਕਰਕੇ ਵਰਤਦੀ ਪਈ ਹੈ, ਵੱਡੀ ਜੋਤ ਵੱਡੀ ਪਾਵਰ, ਉਹ ਕੌਣ ਹੈ? ਅਕਾਲ ਪੁਰਖ ਪਰਮੇਸ਼ਰ। ਉਹ ਅਕਾਲ ਪੁਰਖ ਪਰਮੇਸ਼ਰ ਜੀ ਮਾਇਆ ਵਿੱਚ ਵਰਤਦੇ ਪਏ ਨੇ। ਬਾਣੀ ਵਿੱਚ ਜ਼ਿਕਰ ਹੈ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਾਰਿਆਂ ਤੋਂ ਨਿਰਾਰਾ ਹੋ ਕਰਕੇ ਤੇ ਦੁਨੀਆ ਵਿੱਚ ਵਸਦਾ ਪਿਆ ਏ, ਤੇ ਉਹਨੇ ਆਪਣਾ ਅਕਸ ਮਾਇਆ ਵਿੱਚ ਰੱਖ ਕਰਕੇ ਤੇ ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਵੀ ਪ੍ਰਗਟ ਕੀਤੀ ਹੈ। ਇਹ ਜੋ ਗੁਰੂ ਖਾਲਸਾ ਜੀ
ਮਾਇਆ ਵਿੱਚ ਬੈਠ ਕਰਕੇ ਤੇ ਜਗਤ ਦੀ ਉਤਪਤੀ ਦਾ ਸਤੋਤਰ ਹੈ। ਇਹਨੂੰ ਗੁਰੂ ਖਾਲਸਾ ਜੀ ਸ੍ਰੀ ਮਾਇਆ ਸਤੋਤਰ ਕਹਿ ਦਿੰਦੇ ਨੇ। ਇਹ ਸਰਬਲੋ ਪ੍ਰਕਾਸ਼ ਗ੍ਰੰਥ ਦੀ ਪ੍ਰਥਮ ਬਾਣੀ ਹੈ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ ਹੈ ਕਿ ਮਾਇਆ ਵਿੱਚ ਬੈਠ ਕਰਕੇ ਜਿਵੇਂ ਪ੍ਰਮਾਤਮਾ ਨੇ ਇਹ ਸੰਸਾਰ ਨੂੰ ਪ੍ਰਗਟ ਕੀਤਾ, ਉਹ ਗੁਣਾਨਵਾਦ, ਉਹ ਪਰਮੇਸ਼ਰ ਦਾ ਜਸ ਸਭ ਤੋਂ ਪਹਿਲਾਂ ਮੈਂ ਇਸ ਮੰਗਲਾਚਰਨ ਪੁਰਾਣ ਵਿੱਚ ਲਿਖਣਾ ਕੀਤਾ ਏ। ਦੁਰਗਾ ਸਮਰ ਵਿਭਾਗਨ। ਹਾਂ, ਫਿਰ ਕਹਿੰਦੇ ਨੇ ਮਹਾਰਾਜ ਸਾਹਿਬ ਜੀ ਕਿ ਮਾਇਆ ਦਾ ਹੀ, ਆਦਿ ਸ਼ਕਤੀ ਦਾ ਹੀ ਅਵਤਾਰ ਦੁਰਗਾ ਸ਼ਕਤੀ, ਉਹਨੇ ਜਿਵੇਂ ਸਮਰ ਜੰਗ ਕੀਤਾ ਏ ਤੇ ਭਾਗਨ ਕਹੀਏ, ਉਸ ਭਾਗ ਨੂੰ ਬੇਵਿਸ਼ੇਸ਼ ਕਰਕੇ ਫਿਰ ਮੈਂ ਅੱਗੇ ਲਿਖਣਾ ਕੀਤਾ ਏ। ਕੋਲਾ ਜੰਬ ਇਤਿਆਦ ਧਾਨ ਜੁਧ। ਹਾਂ, ਜਿਵੇਂ ਕੋਲੇ ਦੇ ਨਾਲ, ਜੰਬੇ ਦੇ ਨਾਲ, ਇਤਿਆਦਿਕ ਰਾਖਸ਼ਾਂ ਦੇ ਨਾਲ ਦੇਵੀ ਦੁਰਗਾ ਦਾ ਯੁੱਧ ਹੋਇਆ ਏ, ਉਹ ਸਾਰਾ ਹੀ ਪ੍ਰਸੰਗ ਮੈਂ ਲਿਖਣਾ ਕੀਤਾ ਏ। ਕਹਿਓ ਸੰਖੇਪ ਸੁਭਾਗਨ। ਹਾਂ, ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਮੈਂ ਸੰਖੇਪ ਦੇ ਨਾਲ ਉਹ ਸੁਭਾਗਨ ਕਹੀਏ ਸੁੰਦਰ ਪ੍ਰਸੰਗ ਕਹਿਣਾ ਕੀਤਾ ਏ। ਬਹੁਰ ਪ੍ਰਸੰਗ ਭੀਮਨਾਦ ਯੁੱਧ। ਹਾਂ, ਫਿਰ ਕਹਿੰਦੇ ਆ ਵੀ ਭੀਮਨਾਦ ਦਾ ਯੁੱਧ ਮੈਂ ਇਸ ਮੰਗਲਾਚਰਨ ਪੁਰਾਣ, ਸਰਬਲੋ ਪੁਰਾਣ ਵਿੱਚ ਕਹਿਣਾ ਕੀਤਾ ਏ। ਆਵਰ ਸਮਰ ਬੀਰਜਨਾਦ। ਹਾਂ, ਫਿਰ ਹੋਰ ਪ੍ਰਸੰਗ ਅੱਗੇ ਕਿਹਾ ਜਦੋਂ ਭੀਮਨਾਦ ਚੜ੍ਹਾਈ ਕਰ ਗਿਆ ਤੇ ਭੀਮਨਾਦ ਦਾ ਭਰਾ ਸੀ ਬੀਰਜਨਾਦ, ਤੇ ਬੀਰਜਨਾਦ ਨੇ ਬੜਾ ਗੁੱਸਾ ਕੀਤਾ ਤੇ ਉਹ ਦੇਵਤਿਆਂ ਵੱਲ ਨੂੰ ਫੌਜਾਂ ਲੈ ਕੇ ਚੜ੍ਹਿਆ ਹੈ। ਉਹ ਬੀਰਜਨਾਦ ਦੇ ਜੰਗ ਦਾ ਪ੍ਰਸੰਗ ਮੈਂ ਕਹਿਣਾ ਕੀਤਾ ਏ। ਸੁਰ 33 ਕੋਟ ਸੰਗਰਾਮ। ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਫਿਰ 33 ਕਰੋੜ ਜਿਹੜੇ ਦੇਵੀ ਦੇਵਤੇ ਹੋਏ ਹਨ, ਉਹਨਾਂ ਦਾ ਜਿਹੜਾ ਪ੍ਰਸੰਗ ਹੈ ਉਹ ਮੈਂ ਵਿਸਤਾਰ ਦੇ ਨਾਲ ਕਿਹਾ ਏ ਵੀ 33 ਕਰੋੜ ਦੇਵੀ ਦੇਵਤੇ ਇੱਕ ਪਾਸੇ ਨੇ ਤੇ ਇੱਕ ਪਾਸੇ ਬੀਰਜਨਾਦ ਹੈ, ਤੇ ਦੋਨਾਂ ਦੇ ਵਿਚਕਾਰ ਜੰਗ ਮਚਿਆ ਹੋਇਆ ਏ। ਸ੍ਰੀ ਸਰਬ ਲੋਹ ਸੰਬਾਦੰ। ਹਾਂ, ਫਿਰ ਜਦੋਂ 33 ਕਰੋੜ ਦੇਵੀ ਦੇਵਤਿਆਂ ਦੇ ਉੱਪਰ ਬੀਰਜਨਾਦ ਭਾਰੀ ਪੈ ਜਾਂਦਾ ਏ ਤੇ ਫਿਰ 33 ਕਰੋੜ ਦੇਵੀ ਦੇਵਤੇ ਸਰਬਲੋਹ ਭਗਵਾਨ ਦੇ ਚਰਨਾਂ ਵਿੱਚ, ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੇ ਨੇ। ਫਿਰ ਸਰਬਲੋਹ ਭਗਵਾਨ ਜੀ ਅਵਤਾਰ ਧਾਰਦੇ ਨੇ ਤੇ ਸਰਬਲੋਹ ਭਗਵਾਨ ਦੇ ਸਨ ਕਹੀਏ ਨਾਲ ਬੀਰਜਨਾਦ ਦਾ ਜਿਵੇਂ ਬਾਦੰਗ ਝਗੜਾ ਯੁੱਧ ਹੁੰਦਾ ਹੈ, ਉਹ ਮੈਂ ਕਥਨ ਕੀਤਾ ਏ। ਗੁਰੂ ਖਾਲਸਾ ਜੀ ਇਹ ਗ੍ਰੰਥ ਨੂੰ ਬਰੀਕੀ ਦੇ ਨਾਲ ਸਮਝਿਆ ਜਾਵੇ ਤੇ ਸਮਝ ਕੇ ਪਤਾ ਲੱਗਦਾ ਏ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਵੇਂ ਸਨਾਤਨ ਮਤ ਵਿੱਚ ਵੇਦਾਂ ਤੋਂ ਬਾਅਦ ਸਿਮਰਤੀਆਂ ਤੇ ਸਿਮਰਤੀਆਂ ਤੋਂ ਬਾਅਦ ਗੁਰੂ ਖਾਲਸਾ ਜੀ ਆਉਂਦੇ ਨੇ ਪੁਰਾਣ। ਵੇਦਾਂ ਤੋਂ ਪੁਰਾਣ ਤੱਕ ਦਾ ਸਫ਼ਰ ਸੱਚੇ ਪਾਤਸ਼ਾਹ ਜੀ ਨੇ ਇਹ ਗ੍ਰੰਥ ਵਿੱਚ ਦਿਖਾਇਆ ਹੈ। ਗੁਰੂ ਖਾਲਸਾ ਜੀ ਇਹ ਲਿਖਿਆ ਹੈ ਵੇਦਾਂ ਵਿੱਚ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਮਾਇਆ ਦੀ ਸੇਜਾ ਉੱਪਰ ਬੈਠ ਕਰਕੇ ਤੇ ਇਹ ਸੰਸਾਰ ਨੂੰ ਪ੍ਰਗਟ ਕੀਤਾ ਹੈ। ਪੁਰਾਣਾਂ ਵਿੱਚ ਲਿਖਿਆ ਹੈ ਕਿ ਸ਼ੇਸ਼ ਨਾਗ ਦੀ ਸੇਜਾ ਦੇ ਉੱਪਰ ਬੈਠ ਕਰਕੇ ਤੇ ਮਾਂ ਵਿਸ਼ਨੂੰ ਭਗਵਾਨ ਨੇ ਸੰਸਾਰ ਨੂੰ ਪ੍ਰਗਟ ਕੀਤਾ ਹੈ। ਇਹ ਸਮਝਿਆ ਜਾਵੇ ਤੇ ਗੱਲ ਇੱਕ ਹੀ ਹੈ। ਜਿਵੇਂ ਛੋਟਾ ਜਿਹਾ ਬੱਚਾ ਹੁੰਦਾ ਹੈ ਨਾ, ਉਹਨੂੰ ਗੁਰੂ ਖਾਲਸਾ ਜੀ 35 ਅੱਖਰੀ ਸਿਖਾਉਣੀ ਹੋਵੇ ਤੇ ਉਹਨੂੰ ਸਿਖਾਈ ਦਾ ਊੜਾ ਊਠ, ਐੜਾ ਐਨਕ, ਈੜੀ ਇੱਟ, ਇਸੇ ਤਰੀਕੇ ਦੇ ਨਾਲ ਹਾਹਾ ਹਾਥੀ, ਕੱਕਾ ਕਬੂਤਰ, ਇਸ ਤਰੀਕੇ ਦੇ ਨਾਲ ਉਹਨੂੰ ਨਾਲ ਨਾ ਗੁਰੂ ਖਾਲਸਾ ਜੀ ਚਿੱਤਰ ਬਣਾ ਕੇ ਤੇ 35 ਅੱਖਰ ਸਿਖਾਈ ਜਾਂਦੇ ਨੇ। ਇਦਾਂ ਹੀ ਅੰਗਰੇਜ਼ੀ ਦੇ ਜਿਹੜੇ ਅੱਖਰ ਨੇ ਉਹਨਾਂ ਨੂੰ ਸਿਖਾਇਆ ਜਾਂਦਾ ਏ। ਇਦਾਂ ਹੀ ਹਿੰਦੀ ਦੇ ਅੱਖਰ ਸਿਖਾਏ ਜਾਂਦੇ ਨੇ। ਉਰਦੂ ਆਦਿਕ ਲਿਪੀ ਦੇ ਅੱਖਰ ਵੀ ਇਦਾਂ ਹੀ ਬੱਚੇ ਨੂੰ ਸਿਖਾਏ ਜਾਂਦੇ ਨੇ। ਇਹ ਪੁਰਾਣ ਜਿਹੜੇ ਨੇ ਇਹ ਗੁਰੂ ਖਾਲਸਾ ਜੀ ਜਿਹੜੇ ਅਜੇ ਮੰਦ ਜਗਿਆਸੂ ਨੇ, ਭਾਵ ਜਿਨ੍ਹਾਂ ਦੀ ਥੋੜੀ ਬੁੱਧੀ ਹੈ ਤੇ ਜਾਗਣ ਦੀ ਇੱਛਾ ਹੈ, ਉਹਨਾਂ ਨੂੰ ਇਦਾਂ ਸਿਖਾਇਆ ਜਾਂਦਾ ਏ ਵੀ ਇੱਕ ਸ਼ੇਸ਼ਨਾਗ ਸੱਪ ਹੈ, ਉਹਦੀ ਸੇਜਾ ਦੇ ਉੱਪਰ ਮਾਂ ਵਿਸ਼ਨੂੰ ਜੀ ਬੈਠੇ ਨੇ, ਉਹਦੇ ਤੋਂ ਅੱਗੇ ਸੰਸਾਰ ਪ੍ਰਗਟ ਹੋਇਆ ਏ।
ਗੁਰੂ ਖਾਲਸਾ ਜੀ ਜਿਹੜੀ ਮਾਇਆ ਹੈ ਨਾ, ਇਹਨੂੰ ਬਾਣੀ ਵਿੱਚ ਸੱਪ ਦੇ ਵੱਤ ਲਿਖਿਆ ਹੈ। ਮਾਇਆ ਨੂੰ ਬਾਣੀ ਵਿੱਚ ਸਰਪਣੀ ਦੇ ਵਾਂਗ ਲਿਖਿਆ ਹੈ। ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ। ਗੁਰੂ ਖਾਲਸਾ ਜੀ ਮਾਇਆ ਇੱਕ ਸਰਪਣੀ ਹੈ। ਆਨੰਦ ਸਾਹਿਬ ਜੀ ਦੇ ਵਿੱਚ ਲਿਖਿਆ, ਇਹੋ ਵਿਸ਼ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਜੋ ਸੰਸਾਰ ਹੈ ਇਹ ਜ਼ਹਿਰ ਰੂਪ ਹੈ। ਇਹ ਜਿਹੜੀ ਮਾਇਆ ਹੈ ਇਹ ਜ਼ਹਿਰ ਰੂਪ ਹੈ। ਗੁਰੂ ਖਾਲਸਾ ਜੀ ਸੱਪ ਦੇ ਵਿੱਚ ਕੀ ਹੁੰਦੀ ਹੈ? ਜ਼ਹਿਰ। ਇਸ ਤਰੀਕੇ ਦੇ ਨਾਲ ਮਾਇਆ ਨੂੰ ਸੱਪ ਕਰਕੇ ਲਿਖਿਆ ਹੈ। ਅਤੇ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ ਉਹ ਮਾਇਆ ਵਿੱਚ ਬੈਠਾ ਹੈ, ਪਰ ਜੋ ਮਾਇਆ ਦੀ ਅਗਿਆਨਤਾ ਦੀ ਜ਼ਹਿਰ ਹੈ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਪਹੁੰਚਦੀ ਨਹੀਂ। ਇਸੇ ਤਰ੍ਹਾਂ ਜਿਹੜਾ ਮਾਇਆ ਰੂਪੀ ਸ਼ੇਸ਼ਨਾਗ ਦੀ ਸੇਜਾ ਦੇ ਉੱਪਰ ਬੈਠਾ ਏ ਉਹਦਾ ਨਾਮ ਰੱਖਿਆ ਏ ਵਿਸ਼ਨੂੰ, ਵਿਸ਼ਨਾ। ਗੁਰੂ ਖਾਲਸਾ ਜੀ ਜੋ ਅਗਿਆਨਤਾ ਦੀ ਵਿਸ਼ ਹੈ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਪਹੁੰਚਦੀ ਨਹੀਂ, ਇਸ ਲਈ ਉਹਦਾ ਨਾਮ ਵਿਸ਼ਨੂੰ ਰੱਖਿਆ ਹੈ। ਭਾਵ ਜਿਵੇਂ ਚਿੱਤਰ ਬਣਾ ਕਰਕੇ ਗੁਰਮੁਖੀ ਦੇ 35 ਅੱਖਰ ਸਮਝਾਏ ਜਾਂਦੇ ਆ ਨਾ, ਇਦਾਂ ਹੀ ਜੋ ਗੂੜੇ ਰਹੱਸ ਨੇ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ। ਇਹਨੂੰ ਗੁਰੂ ਖਾਲਸਾ ਜੀ ਇਸ ਤਰੀਕੇ ਨਾਲ ਪੁਰਾਣਾ ਵਿੱਚ ਸਮਝਾਇਆ ਹੈ। ਇਦਾਂ ਹੀ ਜਿਹੜੀ ਮਾਇਆ ਹੈ ਉਸ ਨੂੰ ਗੁਰੂ ਖਾਲਸਾ ਜੀ ਇਸਤਰੀਵਾਚਕ ਮੰਨਿਆ ਹੈ। ਜਿਹੜਾ ਅਕਾਲ ਪੁਰਖ ਹੈ ਉਹਨੂੰ ਪੁਰਖਵਾਚਕ ਮੰਨਿਆ ਹੈ। ਜਿਵੇਂ ਮੂਲ ਮੰਤਰ ਵਿੱਚ ਲਿਖਿਆ, ਕਰਤਾ ਪੁਰਖ, ਸੰਸਾਰ ਨੂੰ ਪੈਦਾ ਕਰਨ ਵਾਲਾ ਤੂੰ ਪੁਰਖ ਰੂਪ ਹੈ। ਗੁਰੂ ਖਾਲਸਾ ਜੀ ਦੁਨੀਆ ਦੇ ਉੱਪਰ ਜਿਹੜੇ ਇਸਤਰੀ ਰੂਪ ਅਵਤਾਰ ਹੋਏ ਨੇ ਉਹਨਾਂ ਨੂੰ ਮਾਇਆ ਦੇ ਅਵਤਾਰ ਮੰਨਿਆ ਜਾਂਦਾ ਹੈ। ਜਿਹੜੇ ਪੁਰਖ ਰੂਪ ਅਵਤਾਰ ਹੋਏ ਨੇ ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਅਵਤਾਰ ਮੰਨਿਆ ਜਾਂਦਾ ਹੈ। ਪਹਿਲਾਂ ਤੇ ਦੱਸਿਆ ਇਹ ਵੀ ਮਾਇਆ ਤੇ ਪ੍ਰਮਾਤਮਾ ਨੇ ਮਿਲ ਕੇ ਸੰਸਾਰ ਦੀ ਰਚਨਾ ਕੀਤੀ ਹੈ। ਮਾਇਆ ਦੀ ਸਹਾਇਤਾ ਅਕਾਲ ਪੁਰਖ ਪਰਮੇਸ਼ਰ ਜੀ ਕਰਦੇ ਨੇ। ਫਿਰ ਅੱਗੇ ਗੁਰੂ ਖਾਲਸਾ ਜੀ ਦੱਸਿਆ ਏ ਵੀ ਦੁਰਗਾ ਪ੍ਰਗਟ ਹੋਈ, ਪਰਮੇਸ਼ਰ ਦੀ ਆਦਿ ਸ਼ਕਤੀ, ਉਸ ਨੇ ਦੁਰਗ ਦੈਂਤ ਨੂੰ ਮਾਰਿਆ, ਉਹਦਾ ਨਾਮ ਦੁਰਗਾ ਪੈ ਗਿਆ। ਅਤੇ ਜਿਸ ਵਕਤ ਪਰਮੇਸ਼ਰ ਦੀ ਆਦਿ ਸ਼ਕਤੀ ਜੋ ਮਾਇਆ ਦਾ ਅਵਤਾਰ ਸੀ, ਜਿਸ ਵਕਤ ਉਹ ਅਸਮਰੱਥ ਹੋ ਗਈ ਤੇ ਉਸ ਤੋਂ ਗੁਰੂ ਖਾਲਸਾ ਜੀ ਉਬਾਰਨ ਲਈ, ਉਹਦੀ ਰੱਖਿਆ ਕਰਨ ਲਈ ਅਕਾਲ ਪੁਰਖ ਪਰਮੇਸ਼ਰ ਜੀ ਜੋ ਸਾਰਿਆਂ ਦੇ ਵਿੱਚ ਚਾਨਣ ਕਰਨ ਵਾਲੇ ਨੇ, ਉਹ ਸਰਬਲੋ ਅਵਤਾਰ ਧਾਰ ਕੇ ਪ੍ਰਗਟ ਹੋਏ। ਸਰਬ ਮੈਨੇ ਸਾਰਿਆਂ ਵਿੱਚ ਤੇ ਲੋ ਮੈਨੇ ਚਾਨਣ ਕਰਨ ਵਾਲੇ, ਜੋ ਸਾਰਿਆਂ ਦੇ ਵਿੱਚ ਬੈਠਣ ਵਾਲੇ ਨੇ। ਇਦਾਂ ਮਹਾਰਾਜ ਸਾਹਿਬ ਜੀ ਨੇ ਇਹ ਗੁਰੂ ਖਾਲਸਾ ਜੀ ਬੈਰਾਟ ਸਰੂਪ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਇਸ ਗ੍ਰੰਥ ਦੇ ਵਿੱਚ। ਇਹਦੀ ਜੋ ਵਿਉਂਤਬੰਦੀ ਹੈ ਇਹਨੂੰ ਸਮਝਿਆ ਜਾਵੇ ਤੇ ਪਤਾ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿੱਡੇ ਵੱਡੇ ਫਿਲਾਸਫਰ, ਕਿੱਡੇ ਵੱਡੇ ਦੂਰ ਅੰਦੇਸ਼ੀ ਤੇ ਕਿੱਡੇ ਵੱਡੇ ਸਤਿਗੁਰੂ ਸਾਹਿਬ ਜੀ ਗੁਣੀ ਗਿਆਨੀ ਸਨ, ਜਿਨ੍ਹਾਂ ਨੇ ਗੁਰੂ ਖਾਲਸਾ ਜੀ ਇੱਕ ਸਿਧਾਂਤ ਨੂੰ ਨਾਟਕ ਬਣਾ ਕਰਕੇ ਪੇਸ਼ ਕੀਤਾ ਹੈ। ਅਤੇ ਉਸ ਨਾਟਕ ਨੂੰ ਸਮਝ ਕਰਕੇ ਤੇ ਪਰਮੇਸ਼ਰ ਦਾ ਜੋ ਸੰਸਾਰ ਨੂੰ ਪੈਦਾ ਕਰਨ ਵਾਲਾ ਸਿਧਾਂਤ ਹੈ ਉਹ ਸਾਨੂੰ ਪਤਾ ਲੱਗ ਜਾਂਦਾ ਹੈ। ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਨੂੰ ਕਹਿੰਦੇ ਆ ਨਾ ਬਚਿੱਤਰ ਨਾਟਕ। ਇਹ ਗੁਰੂ ਖਾਲਸਾ ਜੀ ਇੱਕ ਅਨੋਖਾ ਨਾਟਕ ਹੈ। ਇਹ ਨਾਟਕ ਸਾਨੂੰ ਸਿਧਾਂਤ ਦੇ ਨਾਲ ਜੋੜਦਾ ਹੈ। ਸੰਸਾਰ ਗੁਰੂ ਖਾਲਸਾ ਜੀ ਇੱਕ ਨਾਟਕ ਹੀ ਹੈ। ਇਹ ਪਰਮੇਸ਼ਰ ਵੱਲੋਂ ਖੇਡਿਆ ਜਾ ਰਿਹਾ ਹੈ। ਇਹ ਸੰਸਾਰ ਰੂਪੀ ਨਾਟਕ ਦੇ ਵਿੱਚੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਿਧਾਂਤ ਨੂੰ ਲੱਭਣਾ ਹੀ ਬ੍ਰਹਮ ਗਿਆਨ ਹੈ। ਇਹ ਜਿਹੜੀ ਕਥਾ ਹੈ ਇਹ ਵੀ ਅਨੁਭਵ ਪ੍ਰਕਾਸ਼ ਹੈ। ਇਹ ਅਨੁਭਵ ਨੂੰ ਪ੍ਰਗਟ ਕਰਨ ਵਾਲੀ ਕਥਾ ਹੈ। ਸਰਬਲੋ ਦੁਆਰਾ ਦੁਰਗਾ ਦੀ ਰੱਖਿਆ ਕਰਨੀ
ਇਸ ਗੁਰੂ ਖਾਲਸਾ ਜੀ ਇਤਿਹਾਸ ਨੂੰ ਸਮਝ ਕਰਕੇ ਫਿਰ ਸਿਧਾਂਤ ਦੀ ਸਮਝ ਆਉਂਦੀ ਹੈ ਵੀ ਮਾਇਆ ਵਿੱਚ ਬੈਠ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਕਿਵੇਂ ਕੀਤੀ ਹੈ। ਜਿਵੇਂ ਸਰਬਲੋ ਜੀ ਨੇ ਦੁਰਗਾ ਦੀ ਰੱਖਿਆ ਕਰਕੇ ਤੇ ਦੁਰਗਾ ਦੇ ਨਾਲ ਸੰਬੰਧ ਬਣਾਇਆ ਹੈ ਕਿ ਮੈਂ ਤੇਰੀ ਰੱਖਿਆ ਕਰਾਂਗਾ, ਤੂੰ ਮੇਰੀ ਸ਼ਕਤੀ ਹੈ। ਇਦਾਂ ਹੀ ਮਾਇਆ ਨੂੰ ਚੇਤਨ ਸੱਤਾ ਦੇ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਮਾਇਆ ਨਾਲ ਸੰਬੰਧ ਬਣਾਇਆ ਹੈ। ਸਰਬਲੋ ਭਗਵਾਨ ਨੇ ਦੁਰਗਾ ਦੀ ਰੱਖਿਆ ਕੀਤੀ, ਦੇਵੀ ਦੀ, ਪਰ ਗੁਰੂ ਖਾਲਸਾ ਜੀ ਦੁਰਗਾ ਦੇਵੀ ਦੇ ਨਾਲ ਕੋਈ ਸੰਬੰਧ ਨਹੀਂ ਬਣਾਇਆ, ਨਾ ਉਹਦੇ ਨਾਲ ਵਿਆਹ ਕਰਾਇਆ, ਨਾ ਉਸ ਵੱਲ ਕਾਮ ਦ੍ਰਿਸ਼ਟੀ ਦੀ ਭਾਵਨਾ ਲੈ ਕੇ ਵੇਖਿਆ। ਇਸੇ ਤਰੀਕੇ ਨਾਲ ਮਾਇਆ ਦੇ ਨਾਲ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਸੰਬੰਧ ਕੋਈ ਨਹੀਂ ਹੈ। ਵੇਦਾਂਤੀਆਂ ਨੇ ਇਹਨੂੰ ਤਦਾਤਮ ਸੰਬੰਧ ਕਰਕੇ ਲਿਖਿਆ ਹੈ, ਕਲਪਤ ਸੰਬੰਧ, ਜਿਹੜਾ ਹੋਵੇ ਨਾ ਉਹ ਪਰ ਦਿਖਾਈ ਦੇਵੇ। ਅਕਸ ਵਾਲਾ ਸੰਬੰਧ, ਆਪਣਾ ਅਕਸ ਮਾਇਆ ਵਿੱਚ ਰੱਖ ਕਰਕੇ ਆਪ ਮਾਇਆ ਵੱਲ ਦੇਖ ਕਰਕੇ ਨਾਨਾ ਪ੍ਰਕਾਰ ਦਾ ਸੰਸਾਰ ਦਾ ਪਸਾਰਾ ਕੀਤਾ ਹੈ। ਇਹ ਗੁਰੂ ਖਾਲਸਾ ਜੀ ਸਰਬਲੋ ਜੀ ਦੇ ਇਤਿਹਾਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਸੋ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਸਾਰਾ ਹੀ ਪ੍ਰਸੰਗ ਮੈਂ ਲਿਖਣਾ ਕੀਤਾ ਹੈ, ਜਿਵੇਂ ਬਿਰਜਨਾਥ ਤੇ ਸਰਬਲੋ ਜੀ ਦਾ ਯੁੱਧ ਹੋਇਆ ਏ। ਭਾਰਤ ਪਰਲੈ ਸਮਰ ਇਤਿਹਾਸਨ। ਮਹਾਰਾਜ ਕਹਿੰਦੇ ਨੇ ਵੀ ਜਿਵੇਂ ਪ੍ਰਲੈ ਵਾਲਾ ਭਾਰਤ ਜੰਗ ਹੋਇਆ ਏ, ਮਹਾ ਸਮਰ ਹੋਇਆ ਹੈ, ਉਹ ਸਾਰਾ ਹੀ ਇਤਿਹਾਸ ਮੈਂ ਲਿਖਣਾ ਕੀਤਾ ਏ। ਨੌਤਨ ਸ੍ਰਿਸ਼ਟ ਉਪਰਾਦਮ। ਹਾਂ, ਜਿਵੇਂ ਪਰਲੇ ਵਿੱਚ ਸਰਬਲੋ ਭਗਵਾਨ ਤੇ ਬਿਰਜਨਾਥ ਜੂਝਦੇ ਰਹੇ ਨੇ, ਸਰਬਲੋ ਭਗਵਾਨ ਤੇ ਬਿਰਜਨਾਥ ਦੇ ਗੋਡਿਆਂ ਤੱਕ ਪਾਣੀ ਆ ਗਿਆ ਸੀ ਦੋਨਾਂ ਦੇ ਜੂਝਦਿਆਂ ਦੇ, ਪਰ ਗੁਰੂ ਖਾਲਸਾ ਜੀ ਯੁੱਧ ਦੇ ਮੈਦਾਨ ਦੇ ਵਿੱਚ ਉਹ ਹੱਲੇ ਮਾਰ ਕੇ ਜੂਝਦੇ ਰਹੇ ਤੇ ਫਿਰ ਸਰਬਲੋ ਭਗਵਾਨ ਨੇ ਨਵੀਂ ਸ੍ਰਿਸ਼ਟੀ ਪ੍ਰਗਟ ਕੀਤੀ, ਉਪਰਾਦੰਗ ਮੈਨੇ ਪ੍ਰਗਟ ਕੀਤੀ। ਉਹ ਵੀ ਪ੍ਰਸੰਗ ਮਹਾਰਾਜ ਕਹਿੰਦੇ ਮੈਂ ਲਿਖਿਆ ਇਸ ਗ੍ਰੰਥ ਵਿੱਚ। ਵੀਰ ਨਾਦ ਨਿਧਨ ਭਇਓ ਜਾਬਿਦ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਫਿਰ ਬਿਰਜਨਾਥ ਜਿਵੇਂ ਨਾਸ਼ ਹੋਇਆ, ਉਹ ਵੀ ਮੈਂ ਕਥਾ ਇਸ ਗ੍ਰੰਥ ਵਿੱਚ ਲਿਖਾਂਗਾ, ਅੱਗੇ ਲਿਖੀ ਹੈ। ਕਥਾ ਪੁਨੀਤ ਅਗਾਦੰ। ਸੱਚੇ ਪਾਤਸ਼ਾਹ ਜੀ ਕਹਿੰਦੇ ਬੜੀ ਪੁਨੀਤ ਪਵਿੱਤਰ ਕਥਾ ਹੈ, ਅਗਾਦੰ ਕਹੀਏ ਡੂੰਗੀ ਕਥਾ ਹੈ। ਅਕਾਲ ਉਸਤਤ ਕੇ ਆਦ ਸ਼ਲੋਕ ਜੇ। ਹਾਂ, ਇਹ ਪਾਠ ਕਰਨਾ ਹੈ ਜੀ, ਅਕਾਲ ਉਸਤਤ, ਲੱਲੇ ਦੇ ਔਂਕੜ ਦੇ ਵਿੱਚੋਂ ਊੜਾ ਕੱਢ ਕੇ ਬੋਲਣਾ ਹੈ। ਪੁਰਾਤਨ ਬੀੜਾਂ ਵਿੱਚ ਗੁਰੂ ਖਾਲਸਾ ਜੀ ਅਕਾਲ ਉਸਤਤ ਊੜੇ ਨੂੰ ਔਂਕੜ ਕਰਕੇ ਲਿਖਿਆ ਮਿਲਦਾ ਏ, ਤੇ ਸਵਾਮੀ ਹਰਨਾਮਦਾਸ ਜੀ ਨੇ ਇੱਥੇ ਲੱਲੇ ਨੂੰ ਔਂਕੜ ਲਾ ਦਿੱਤੀ ਹੈ, ਤੇ ਸੰਧੀ ਬਣਾ ਦਿੱਤੀ ਹੈ, ਤੇ ਸੰਧੀ ਖੋਲ ਕੇ ਬੋਲਣਾ ਹੈ, ਕਿਉਂਕਿ ਗੁਰਬਾਣੀ ਦਾ ਨਾਮ ਅਕਾਲ ਉਸਤਤ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ ਅਕਾਲ ਉਸਤਤ ਦੇ ਆਦਿ ਕਹੀਏ ਮੁੱਢ ਵਿੱਚ ਜਿਹੜਾ ਇੱਕ ਸ਼ਲੋਕ ਲਿਖਿਆ ਹੈ। ਗੁਰੂ ਖਾਲਸਾ ਜੀ ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਾਪ ਸਾਹਿਬ ਜੀ ਦੀ ਪਾਵਨ ਗੁਰਬਾਣੀ ਲਿਖਵਾ ਦਿੱਤੀ, ਕਹਿੰਦੇ ਨੇ ਕਿ ਕੁਝ ਜਾਪ ਸਾਹਿਬ ਦਾ ਹਿੱਸਾ ਮਹਾਰਾਜ ਸਾਹਿਬ ਜੀ ਨੇ ਪੌਂਟਾ ਸਾਹਿਬ ਦੀ ਧਰਤੀ ਤੇ ਉਚਾਰਿਆ ਏ ਤੇ ਕੁਝ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਚਾਰਿਆ ਏ। ਸੰਪਰਦਾਇ ਗਿਆਨੀਆਂ ਅਨੁਸਾਰ ਜਾਪ ਸਾਹਿਬ ਦੀ ਰਚਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਈ ਹੈ। ਮਹਾਰਾਜ ਸਾਹਿਬ ਜੀ ਜਦੋਂ ਦੂਜੀ ਬਾਣੀ ਉਚਾਰਨ ਲੱਗੇ ਤੇ ਗੁਰੂ ਖਾਲਸਾ ਜੀ ਭਾਈ ਮਣੀ ਸਿੰਘ ਜੀ ਨੇ ਇੱਕ ਕਾਗਜ਼ ਤੇ ਇੱਕ ਕਲਮ ਮਹਾਰਾਜ ਸਾਹਿਬ ਜੀ ਨੂੰ ਪਕੜਾ ਕੇ ਕਿਹਾ ਵੀ ਸੱਚੇ ਪਾਤਸ਼ਾਹ ਜੀ ਆਪ ਜੀ ਸ਼ੁਰੂ ਵਿੱਚ ਦਸਖਤ ਕਰ ਦਿਓ। ਤੇ ਮਹਾਰਾਜ ਸਾਹਿਬ ਜੀ ਨੇ ਅਕਾਲ ਪੁਰਖ ਕੀ ਰੱਛਾ ਹਮਨੇ, ਸਰਬ ਲੋਹ ਦੀ ਰੱਛਾ ਹਮਨੇ, ਸਰਬ ਕਾਲ ਜੀ ਦੀ ਰੱਛਿਆ ਹਮਨੇ, ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੇ, ਆਗੇ ਲਿਖਾਰੀ ਕੇ ਦਸਤਖਤ, ਇਸ ਤਰੀਕੇ ਨਾਲ ਲਿਖ ਕਰਕੇ ਤੇ ਮਹਾਰਾਜ ਸਾਹਿਬ ਜੀ ਨੇ ਦਸਤਖਤ ਦੇ ਦਿੱਤੇ ਕਿ ਜਿਹੜੇ ਮੈਂ 4 ਤੁਕਾਂ ਵਾਲਾ ਸ਼ਲੋਕ ਉਚਾਰਨ ਕੀਤਾ ਹੈ ਇਹ ਮੇਰੇ ਦਸਤਖਤ ਹਨ। ਸੋ ਗੁਰੂ ਖਾਲਸਾ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਚਾਰਦੇ ਗਏ
ਤੇ ਭਾਈ ਮਣੀ ਸਿੰਘ ਸਾਹਿਬ ਜੀ ਲਿਖਦੇ ਗਏ, ਇੱਕ ਵਾਰ ਮਹਾਰਾਜ ਸਾਹਿਬ ਜੀ ਤੂਹੀ ਮੁਖੋਂ ਉਚਾਰਨ ਲੱਗੇ। 16,000 ਵਾਰ ਕਲਗੀਧਰ ਜੀ ਨੇ ਤੂਹੀ ਉਚਾਰ ਦਿੱਤਾ। ਅਗੰਮ ਮੰਡਲ ਵਿੱਚ ਜਦੋਂ ਮਹਾਰਾਜ ਦੀ ਸੁਰਤ ਟਿਕੀ, ਭਾਈ ਮਣੀ ਸਿੰਘ ਜੀ ਨੂੰ ਪੁੱਛਿਆ ਵੀ ਕਿੰਨੀ ਵਾਰ ਤੂਹੀ ਲਿਖਿਆ ਗਿਆ ਏ। ਭਾਈ ਮਣੀ ਸਿੰਘ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ 16,000 ਵਾਰ। ਮਹਾਰਾਜ ਜੀ ਕਹਿਣ ਲੱਗੇ ਵੀ 16 ਵਾਰ ਹੀ ਰਹਿਣ ਦਿਓ, ਤੇ ਜਿਹੜਾ 16 ਵਾਰ ਪੜ੍ਹੇਗਾ ਲਿਖਿਆ ਉਹਨੂੰ 16,000 ਦਾ ਮਹਾਤਮ ਪ੍ਰਾਪਤ ਹੋਵੇਗਾ। ਅੱਗੇ ਗੁਰੂ ਖਾਲਸਾ ਜੀ ਜਦੋਂ ਇਹ ਸਾਰੀ ਅਕਾਲ ਉਸਤਤ ਲਿਖੀ ਜਾਂਦੀ ਹੈ ਤੇ ਅਖੀਰ ਦੇ ਉੱਪਰ 2 ਤੁਕਾਂ ਘੱਟ ਲਿਖ ਕੇ ਤੇ ਮਹਾਰਾਜ ਨੇ ਲਿਖ ਦਿੱਤਾ ਉਸਤਤ ਸੰਪੂਰਨੰ। 2 ਤੁਕਾਂ ਘੱਟ ਕਿਉਂ ਲਿਖੀਆਂ? ਇਹਦਾ ਕਾਰਨ ਸੀ ਵੀ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਕਦੇ ਪੂਰੀ ਨਹੀਂ ਹੋ ਸਕਦੀ। ਕਈ ਜ਼ਿੰਦਗੀਆਂ ਲੱਗ ਜਾਣ ਪਰ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਨੂੰ ਕੋਈ ਪੂਰਿਆ ਨਹੀਂ ਕਰ ਸਕਦਾ। ਇਸ ਲਈ ਮਹਾਰਾਜ ਸਾਹਿਬ ਜੀ ਨੇ 2 ਤੁਕਾਂ ਘੱਟ ਲਿਖੀਆਂ ਨੇ। ਗੁਰੂ ਖਾਲਸਾ ਜੀ ਇਹ ਬਾਣੀ ਦੇ ਮੁੱਢ ਵਿੱਚ ਆਉਂਦਾ ਏ, ਅਕਾਲ ਪੁਰਖ ਕੀ ਰਚਾ ਹਮਨੇ। ਮੁੱਢ ਵਿੱਚ ਅਕਾਲ ਹੈ ਤੇ ਅਖੀਰ ਦੇ ਉੱਪਰ ਆਉਂਦਾ ਏ ਉਸਤਤ ਸੰਪੂਰਨੰ। ਇੱਕ ਮੁੱਢ ਵਾਲਾ ਪਦ ਲੈ ਲਿਆ ਤੇ ਇੱਕ ਅਖੀਰਲਾ ਪਦ ਲੈ ਲਿਆ ਤੇ ਨਾਮ ਰੱਖ ਦਿੱਤਾ ਅਕਾਲ ਉਸਤਤ। ਕਿਉਂਕਿ ਜਦੋਂ ਇਹ ਬਾਣੀ ਗੁਰੂ ਖਾਲਸਾ ਜੀ ਪੂਰੀ ਹੋ ਗਈ ਨਾ, ਤੇ ਭਾਈ ਮਣੀ ਸਿੰਘ ਜੀ ਨੇ ਪੁੱਛਿਆ, ਸੱਚੇ ਪਾਤਸ਼ਾਹ ਜੀ ਇਹ ਗੁਰਬਾਣੀ ਦਾ ਨਾਮ ਕੀ ਹੈ? ਮਹਾਰਾਜ ਜੀ ਕਹਿੰਦੇ ਇਹਦੇ ਮੁੱਢ ਵਿੱਚ ਅਕਾਲ ਆਉਂਦਾ ਏ ਤੇ ਅਖੀਰ ਤੇ ਉਸਤਤ ਆਉਂਦਾ ਏ, ਇਹਦਾ ਨਾਮ ਅਕਾਲ ਉਸਤਤ ਹੈ। ਸੁਖਮਣੀ ਸਾਹਿਬ ਜੀ ਦੇ ਤੁਲ ਇਸ ਬਾਣੀ ਦਾ ਮਹਾਤਮ ਹੋਵੇਗਾ। ਗੁਰੂ ਖਾਲਸਾ ਜੀ ਪੁਰਾਣੇ ਗੁਰੂ ਕੇ ਸਿੱਖ ਰਹਿਤਨਾਮੇ ਪੜ੍ਹ ਕੇ ਵੇਖੋ, ਮਹਾਰਾਜ ਦੇ ਪੁਰਾਣੇ ਗੁਰੂ ਕੇ ਸ਼ਹੀਦ ਸਿੰਘਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਉਹ ਅਕਾਲ ਉਸਤਤ ਦਾ ਨੇਮ ਕਰਦੇ ਰਹੇ ਨੇ। ਅਤੇ ਜਿਹੜੀਆਂ ਇਹ 4 ਤੁਕਾਂ ਨੇ, ਅਕਾਲ ਪੁਰਖ ਕੀ ਰਚਾ ਹਮਨੇ, ਸਰਬ ਲੋਹ ਦੀ ਰਚਿਆ ਹਮਨੇ, ਸਰਬ ਕਾਲ ਜੀ ਦੀ ਰਚਿਆ ਹਮਨੇ, ਸਰਬ ਲੋਹ ਜੀ ਦੀ ਸਦਾ ਰਚਿਆ ਹਮਨੇ, ਇਹਦਾ ਜਾਪ ਕਰਦੇ ਰਹੇ ਨੇ। ਗੁਰੂ ਖਾਲਸਾ ਜੀ, ਬਾਬਾ ਗੁਰਬਖਸ਼ ਸਿੰਘ ਜੀ ਅਕਾਲੀ ਜੋ ਸ਼੍ਰੀ ਮਿਸਰ ਸ਼ਹੀਦਾਂ ਤਰਨਾ ਦਲ ਦੇ ਦੂਜੇ ਜਥੇਦਾਰ ਹੋਏ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਜਿਨ੍ਹਾਂ ਦਾ ਪਾਵਨ ਅਸਥਾਨ ਹੈ, ਰਤਨ ਸਿੰਘ ਜੀ ਭੰਗੂ ਨੇ ਲਿਖਿਆ ਏ ਵੀ ਉਹ ਅਕਾਲ ਪੁਰਖ ਕੀ ਰਚਾ ਹਮਨੇ, ਸਰਬਲੋਹ ਦੀ ਰਚਿਆ ਹਮਨੇ, ਇਹ 4 ਤੁਕਾਂ ਦਾ ਜਾਪ ਕਰਿਆ ਕਰਦੀ ਸਨ। ਭਾਈ ਚੇਤਨ ਸਿੰਘ ਜੀ ਨੇ ਸਾਈਕਲ ਯਾਤਰਾ ਨਾਮ ਦੀ ਪੁਸਤਕ ਲਿਖੀ ਹੈ। ਵੱਖ-ਵੱਖ ਥਾਵਾਂ ਦੇ ਉੱਪਰ ਜਾ ਕਰਕੇ ਤੇ ਗੁਰੂ ਖਾਲਸਾ ਜੀ ਸਾਈਕਲ ਤੇ ਚੜ੍ਹ ਕਰਕੇ ਇੱਕ ਗੁਰੂ ਕੇ ਸਿੱਖ ਨੇ ਯਾਤਰਾ ਕੀਤੀ, ਪੁਰਾਣੇ ਬਜ਼ੁਰਗਾਂ ਮਹਾਂਪੁਰਖਾਂ ਦੇ ਬਿਆਨ ਲਏ, ਗੁਰਦੁਆਰੇ ਅਸਥਾਨਾਂ ਦੀ ਯਾਤਰਾ ਕੀਤੀ, ਉੱਥੋਂ ਦਾ ਪ੍ਰਬੰਧ ਵੇਖਿਆ ਤੇ ਇੱਕ ਪੁਸਤਕ ਦੇ ਵਿੱਚ ਕਲਮਬੰਦ ਕੀਤਾ। ਉਹਨੂੰ ਗੁਰੂ ਖਾਲਸਾ ਜੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾਕਟਰ ਚੇਤਨ ਸਿੰਘ ਜੀ ਉਹਨਾਂ ਨੇ ਛਪਵਾਇਆ ਏ। ਉਹਦੇ ਵਿੱਚ ਲਿਖਿਆ ਏ ਵੀ ਜਿਸ ਵਕਤ ਮਹਾਰਾਜ ਕਲਗੀਧਰ ਜੀ ਨੇ ਬੰਦਾ ਬਹਾਦਰ ਨੂੰ ਤੋਰਿਆ ਏ ਪੰਜਾਬ ਦੀ ਤਰਫ ਨੂੰ, ਉਸ ਵਕਤ 5 ਤੀਰ ਦਿੱਤੇ ਨੇ, ਨਾਲ ਬਚਨ ਫਰਮਾਇਆ ਵੀ ਧਨਖ ਦੇ ਚਿੱਲੇ ਤੇ ਚੜਾ ਕੇ ਜਦੋਂ ਇੱਕ ਤੀਰ ਨੂੰ ਅਸਮਾਨ ਵੱਲ ਨੂੰ ਕਰੋਗੇ, ਤੀਰ ਚਲਾਉਣ ਦੀ ਲੋੜ ਨਹੀਂ। ਅਕਾਲ ਪੁਰਖ ਕੀ ਰਚਿਆ ਹਮਨੇ, ਸਰਬ ਲੋਹ ਦੀ ਰਚਿਆ ਹਮਨੇ, ਇਹ ਸ਼ਬਦ ਪੜ੍ਹ ਦਿਓ, ਅਸਮਾਨ ਵਿੱਚ ਅਗੰਮੀ ਫੌਜਾਂ ਆ ਕੇ ਪ੍ਰਗਟ ਹੋ ਜਾਣਗੀਆਂ ਅਤੇ ਸ਼ਹੀਦੀ ਫੌਜਾਂ ਯੁੱਧ ਦੇ ਤਾਈਂ ਜਿੱਤ ਲੈਣਗੀਆਂ, ਤੁਹਾਨੂੰ ਲੜਨ ਦੀ ਲੋੜ ਕੋਈ ਨਹੀਂ ਹੈ। ਗੁਰੂ ਖਾਲਸਾ ਜੀ ਜਿਸ ਵਕਤ ਆਨੰਦਗੜ੍ਹ ਸਾਹਿਬ ਦੀ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ, ਪਹਾੜੀ ਤੇ ਮੁਗਲਾਂ ਦੀਆਂ ਫੌਜਾਂ ਨੇ ਘੇਰਾ ਪਾਇਆ ਸੀ। ਕਈ ਸਿੱਖ ਘਬਰਾ ਗਏ ਤੇ ਕਹਿਣ ਲੱਗੇ, ਮਹਾਰਾਜ ਇੰਨੀਆਂ ਫੌਜਾਂ ਦਾ ਮੁਕਾਬਲਾ ਆਪਾਂ ਥੋੜੇ ਜਿਹੇ ਸਿੱਖ ਕਿਵੇਂ ਕਰ ਸਕਾਂਗੇ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਨਖ ਦੇ ਚਿੱਲੇ ਦੇ ਉੱਪਰ ਇਹ ਤੀਰ ਚੜਾ ਕਰਕੇ ਤੇ ਇਹ ਸ਼ਬਦ, ਇਹ 4 ਤੁਕਾਂ ਵਾਲਾ ਸ਼ਲੋਕ ਪੜਿਆ ਸੀ।
ਤੇ ਗੁਰੂ ਖਾਲਸਾ ਜੀ ਅਗੰਮੀ ਫੌਜਾਂ ਆ ਕੇ ਪ੍ਰਗਟ ਹੋ ਗਈਆਂ ਤੇ ਮਹਾਰਾਜ ਕਹਿਣ ਲੱਗੇ ਵੀ ਇਹ ਜੋ 96 ਕਰੋੜ ਅਗੰਮੀ ਫੌਜਾਂ ਨੇ, ਇਹਨਾਂ ਅਗੰਮੀ ਫੌਜਾਂ ਦੇ ਕੋਲੋਂ ਆਪਾਂ ਸਾਰੇ ਕੰਮ ਕਰਾਉਣੇ ਨੇ, ਸਾਰੇ ਕਾਰਜ ਰਾਸ ਕਰਾਉਣੇ ਨੇ। ਸੋ ਮਹਾਰਾਜ ਕਹਿੰਦੇ ਨੇ ਜੋ ਅਕਾਲ ਉਸਤਤ ਦੇ ਮੁੱਢ ਵਿੱਚ ਸ਼ਲੋਕ ਲਿਖਿਆ ਹੈ, ਅਕਾਲ ਪੁਰਖ ਕੀ ਰੱਛਾ ਹਮਨੇ, ਸਰਬ ਲੋਹ ਦੀ ਰੱਛਿਆ ਹਮਨੇ, ਸਰਬ ਕਾਲ ਜੀ ਦੀ ਰੱਛਿਆ ਹਮਨੇ, ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੇ, ਉਹਦਾ ਹੀ ਵਿਸਤਾਰ ਇਹ ਗ੍ਰੰਥ ਦੇ ਵਿੱਚ ਕੀਤਾ ਹੈ। ਕਿਉਂਕਿ ਗੁਰੂ ਖਾਲਸਾ ਜੀ ਪਿਆਰੇ ਭਾਈ ਦਇਆ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਨੂੰ ਬਾਰ-ਬਾਰ ਪੁੱਛਦੇ ਰਹਿੰਦੇ ਸਨ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਚਾਰ ਤੁਕਾਂ ਦੇ ਅਰਥ ਕੀ ਨੇ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਸਨ ਵੀ ਸਮਾਂ ਆਉਣ ਤੇ ਇਹਨਾਂ ਤੁਕਾਂ ਦੇ ਅਰਥ ਅਸੀਂ ਤੁਹਾਨੂੰ ਸੁਣਾਵਾਂਗੇ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਫਿਰ ਸੱਚਖੰਡ ਹਜੂਰ ਸਾਹਿਬ ਦੀ ਧਰਤੀ ਦੇ ਉੱਪਰ ਜਾ ਕਰਕੇ ਇਹ ਮਹਾਰਾਜ ਨੇ ਅਰਥ ਸੁਣਾਏ ਹਨ। ਮਹਾਰਾਜ ਕਹਿੰਦੇ ਨੇ ਜੋ ਸ਼੍ਰੀ ਸਰਬਲੋਹ ਦੀ ਰੱਛਿਆ ਵਾਲੀਆਂ ਚਾਰ ਤੁਕਾਂ ਵਾਲਾ ਇਹ ਸ਼ਲੋਕ ਹੈ, ਉਸੇ ਦੀ ਵਿਆਖਿਆ ਕਹੀ ਹੈ। ਮਹਾਕਾਲ ਅਕਾਲ ਪੁਰਖ ਜੀ, ਹਾਂ ਇੱਕ ਗੁਰੂ ਖਾਲਸਾ ਜੀ ਮਹਾਕਾਲ ਦਾ ਅਵਤਾਰ ਹੈ। ਜਦੋਂ ਆਪਾਂ ਚਰਿੱਤਰ ਪੜ੍ਹਦੇ ਹਾਂ ਤੇ 405ਵਾਂ ਜੋ ਚਰਿੱਤਰ ਹੈ ਉਹ ਗੁਰੂ ਖਾਲਸਾ ਜੀ ਦੂਲੋ ਦੇਵੀ ਤੇ ਮਹਾਕਾਲ ਦਾ ਹੈ। ਦੂਲੋ ਦੇਵੀ ਸੰਸਾਰ ਦੇ ਉੱਪਰ ਪ੍ਰਗਟ ਹੋਈ ਤੇ ਇੱਕ ਗੁਰੂ ਖਾਲਸਾ ਜੀ ਸਹੰਸਰ ਬਾਹੂ ਨਾਮ ਦਾ ਦੈਂਤ ਸੀ। ਜਦੋਂ ਉਹ ਸਾਹ ਲੈਂਦਾ ਸੀ ਤੇ ਸਾਹ ਦੇ ਨਾਲ ਹੀ ਅੱਗੇ ਦੈਂਤ ਪ੍ਰਗਟ ਕਰੀ ਜਾਂਦਾ ਸੀ। ਜਿਵੇਂ ਗੁਰੂ ਖਾਲਸਾ ਜੀ ਅੱਜ ਕੱਲ੍ਹ ਕਰੋਨਾ ਵਾਇਰਸ ਚੱਲਿਆ ਹੈ, ਜਿਹਨੂੰ ਇਹ ਰੋਗ ਲੱਗ ਜਾਂਦਾ ਹੈ ਤੇ ਸਾਹ ਦੇ ਨਾਲ ਹੀ ਅੱਗੇ ਹੋਰ ਕੀਟਾਣੂ ਹੋਰ ਵਾਇਰਸ ਪ੍ਰਗਟ ਹੁੰਦੇ ਜਾਂਦੇ ਨੇ। ਇਸੇ ਤਰੀਕੇ ਨਾਲ ਗੁਰੂ ਖਾਲਸਾ ਜੀ ਉਹ ਦੈਂਤ ਜਦੋਂ ਸਾਹ ਲੈਂਦਾ ਸੀ ਤੇ ਸਾਹ ਦੇ ਨਾਲ ਹੀ ਅੱਗੇ ਹੋਰ ਦੈਂਤ ਪ੍ਰਗਟ ਹੁੰਦੇ ਜਾਂਦੇ ਸਨ। ਦੂਲੋ ਦੇਵੀ ਆ ਸਮਰੱਥ ਹੋਈ, ਉਸ ਨਾਲ ਜੰਗ ਕਰਨ ਤੋਂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਮਹਾਕਾਲ ਜੀ ਸੰਸਾਰ ਦੇ ਉੱਪਰ ਪ੍ਰਗਟ ਹੋਏ ਤੇ ਦੂਲੋ ਦੇਵੀ ਦੀ ਰੱਖਿਆ ਕੀਤੀ ਸੀ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜੋ ਮਹਾਕਾਲ ਜੀ ਅਕਾਲ ਪੁਰਖ ਪਰਮੇਸ਼ਰ ਦੇ ਅਵਤਾਰ ਹੋਏ ਨੇ। ਏਕ ਜੋਤ ਸੁਭ ਦਿਸ਼ਿਆ, ਮਹਾਰਾਜ ਕਹਿੰਦੇ ਸਰਬਲੋ ਵਿੱਚ ਤੇ ਮਹਾਕਾਲ ਵਿੱਚ ਇੱਕੋ ਹੀ ਅਕਾਲ ਪੁਰਖ ਪਰਮੇਸ਼ਰ ਦੀ ਜੋਤ ਵਰਤਦੀ ਹੈ। ਸੁਭ ਦਿਸ਼ਿਆ ਜੇ ਸੁਭ ਦ੍ਰਿਸ਼ਟੀ ਨਾਲ ਵੇਖੀਏ। ਕਈ ਗੁਰੂ ਖਾਲਸਾ ਜੀ ਸਰਬਲੋ ਪ੍ਰਕਾਸ਼ ਗ੍ਰੰਥ ਦੀਆਂ ਬੀੜਾਂ ਐਸੀਆਂ ਨੇ ਜਿਨ੍ਹਾਂ ਬੀੜਾਂ ਵਿੱਚ ਪਹਿਲਾਂ 405ਵਾਂ ਚਰਿੱਤਰ ਲਿਖਿਆ ਹੋਇਆ ਹੈ ਤੇ ਬਾਅਦ ਵਿੱਚ ਸਰਬਲੋ ਪ੍ਰਕਾਸ਼ ਗ੍ਰੰਥ ਲਿਖਿਆ ਹੋਇਆ ਹੈ। ਇੱਕ ਜਿਲਦ ਵਿੱਚ ਐਸੀਆਂ ਬੀੜਾਂ ਮਿਲਦੀਆਂ ਨੇ। ਵਿਚਾਰ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤੇ ਮਹਾਰਾਜ ਕਲਗੀਧਰ ਜੀ ਨੇ ਜਾਪ ਸਾਹਿਬ ਤੋਂ ਲੈ ਕਰਕੇ ਤੇ ਚੌਪਈ ਸਾਹਿਬ ਤੱਕ ਭਾਵ 405ਵੇਂ ਚਰਿੱਤਰ ਤੱਕ ਬੀੜ ਉਚਾਰਨ ਕੀਤੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ। ਬਾਅਦ ਵਿੱਚ ਮਹਾਰਾਜ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਚਿੱਠੀ ਲਿਖੀ ਜਿਹਦਾ ਨਾਮ ਜ਼ਫਰਨਾਮਾ ਹੈ ਤੇ ਉਹ ਜ਼ਫਰਨਾਮੇ ਦਾ ਪਾਠ ਭਾਈ ਮਣੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਤੇ ਬਾਬਾ ਸੁੱਖਾ ਸਿੰਘ ਜੀ ਪਟਨੇ ਸਾਹਿਬ ਵਾਲੇ ਜੋ ਦਸਮ ਬਾਣੀ ਦੇ ਪ੍ਰੇਮੀ ਨੇਮੀ ਸਨ, ਉਹਨਾਂ ਨੇ ਗੁਰੂ ਖਾਲਸਾ ਜੀ ਇਹ ਰਵਾਇਤ ਪਾਈ ਵੀ ਦਸਮ ਦੀਆਂ ਬੀੜਾਂ ਦਾ ਭੋਗ ਜ਼ਫਰਨਾਮੇ ਤੇ ਪਾਇਆ ਜਾਵੇ। ਮਹਾਰਾਜ ਕਲਗੀਧਰ ਜੀ ਨੇ 405ਵੇਂ ਚਰਿੱਤਰ ਤੋਂ ਬਾਅਦ ਸੱਚਖੰਡ ਸ੍ਰੀ ਹਜੂਰ ਸਾਹਿਬ ਜਾ ਕਰਕੇ ਤੇ ਇਹ ਸਰਬਲੋ ਪ੍ਰਕਾਸ਼ ਗ੍ਰੰਥ ਦੀ ਬਾਣੀ ਉਚਾਰਨ ਕੀਤੀ ਸੀ। ਇਹਦਾ ਭਾਵ ਇਹ ਹੈ ਵੀ ਜਿਹੜਾ 405ਵਾਂ ਚਰਿੱਤਰ ਹੈ ਮਹਾਕਾਲ ਦਾ ਤੇ ਜੋ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਸਰਬਲੋ ਦਾ ਅਵਤਾਰ ਹੈ, ਇਹਨਾਂ ਦੋਨਾਂ ਦਾ ਸੰਬੰਧ ਹੈ। ਮਹਾਰਾਜ ਨੇ ਇੱਥੇ ਪ੍ਰਗਟ ਹੀ ਲਿਖ ਦਿੱਤਾ ਹੈ
ਕਿ ਜੋ ਅਕਾਲ ਪੁਰਖ ਪਰਮੇਸ਼ਰ ਦਾ ਮਹਾਂਕਾਲ ਅਵਤਾਰ ਹੈ ਤੇ ਜੋ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਸਰਬਲੋ ਦਾ ਅਵਤਾਰ ਹੈ, ਇਹ ਇੱਕ ਹੀ ਜੋਤ ਹੈ ਜੇ ਸੁਭ ਦਿਸ਼ਿਆ ਸੁਭ ਦ੍ਰਿਸ਼ਟੀ ਨਾਲ ਵੇਖਿਆ ਜਾਏ, ਕਿਉਂਕਿ ਇਹ ਦੋਨੋਂ ਹੀ ਅਕਾਲ ਪੁਰਖ ਪਰਮੇਸ਼ਰ ਦੇ ਅਵਤਾਰ ਨੇ। ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ, ਇਹ ਵੀ ਅਕਾਲ ਪੁਰਖ ਪਰਮੇਸ਼ਰ ਦੇ ਅਵਤਾਰ ਨੇ। 24 ਅਵਤਾਰ ਵਿਸ਼ਨੂੰ ਜੀ ਦੇ ਹੋਏ ਨੇ ਤੇ ਮਹਾਂਕਾਲ ਜੀ, ਸਰਬਲੋ ਜੀ ਤੇ ਗੁਰੂ ਨਾਨਕ ਸਾਹਿਬ ਜੀ, ਇਹ ਅਕਾਲ ਪੁਰਖ ਪਰਮੇਸ਼ਰ ਦੇ ਅਵਤਾਰ ਨੇ। ਦਾਸ ਦੀ ਨਿੱਜੀ ਵਿਚਾਰ ਹੈ ਕਿ ਜਿਵੇਂ ਗੁਰੂ ਖਾਲਸਾ ਜੀ ਗੁਰਦੁਆਰਾ ਸ਼ਹੀਦੀ ਬਾਗ ਵਾਲੀ ਬੀੜ, ਉਹਦੀ ਤਰਤੀਬ ਇਦਾਂ ਬੱਧੀ ਹੈ ਕਿ ਪਹਿਲਾਂ 405ਵਾਂ ਚਰਿੱਤਰ ਆਉਂਦਾ ਏ ਤੇ ਬਾਅਦ ਵਿੱਚ ਸਰਬਲੋ ਪ੍ਰਕਾਸ਼ ਗ੍ਰੰਥ ਦੇ 5 ਅਧਿਆਇਆਂ ਦਾ ਪਾਠ ਆਉਂਦਾ ਹੈ। ਇਸ ਤਰੀਕੇ ਦੇ ਨਾਲ ਸ਼ਹੀਦੀ ਬਾਗ ਵਾਲੀ ਬੀੜ ਦੀ ਤਰਤੀਬ ਹੈ। ਸਰਬਲੋ ਪ੍ਰਕਾਸ਼ ਗ੍ਰੰਥ ਦਾ ਜਦੋਂ ਸਹਿਜ ਪਾਠ ਕਰਨਾ ਹੋਵੇ ਤੇ ਪਹਿਲਾਂ ਗੁਰੂ ਖਾਲਸਾ ਜੀ 405ਵੇਂ ਚਰਿੱਤਰ ਦਾ ਪਾਠ ਕਰ ਲੈਣਾ ਚਾਹੀਦਾ ਹੈ। ਫਿਰ ਕੜਾ ਪ੍ਰਸ਼ਾਦ ਦੀ ਦੇਗ ਅਤੇ ਸ਼ਹੀਦੀ ਦੇਗ, 7 ਪ੍ਰਕਾਰ ਦਾ ਡਰਾਈ ਫੂਡ, ਇਸੇ ਤਰੀਕੇ ਦੇ ਨਾਲ 7 ਪ੍ਰਕਾਰ ਦੀਆਂ ਸਬਜ਼ੀਆਂ ਦਾ ਬਣਾਇਆ ਹੋਇਆ ਸ਼ਤਨਾਜਾ, ਤੇ ਇਸੇ ਤਰ੍ਹਾਂ 7 ਪ੍ਰਕਾਰ ਦੇ ਅੰਨਾਂ ਦੀਆਂ ਪਕਾਈਆਂ ਹੋਈਆਂ ਰੋਟੀਆਂ, 7 ਪ੍ਰਕਾਰ ਦੇ ਫਲ ਲਿਆ ਕੇ ਤੇ ਸਰਬਲੋ ਭਗਵਾਨ ਦੇ ਸਹਿਜ ਪਾਠ ਦੀ ਅਰਦਾਸ ਕਰਕੇ ਤੇ ਇਹ ਪਾਠ ਕਰਨਾ ਚਾਹੀਦਾ ਹੈ। ਜੇ ਗੁਰੂ ਖਾਲਸਾ ਜੀ ਅਖੰਡ ਪਾਠ ਰੱਖਿਆ ਹੋਵੇ ਤੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ, ਇਸੇ ਤਰੀਕੇ ਨਾਲ ਦਸਮ ਦੀ ਬਾਣੀ ਦੇ ਨਾਲ ਜਾਪ ਸਾਹਿਬ ਦਾ ਪਾਠ ਰੱਖਿਆ ਜਾਂਦਾ ਹੈ। ਤੇ ਸਰਬਲੋ ਪ੍ਰਕਾਸ਼ ਗ੍ਰੰਥ ਦਾ ਜਦੋਂ ਪਾਠ ਕਰਨਾ ਹੋਵੇ ਅਖੰਡ, ਉਸ ਵਕਤ ਗੁਰੂ ਖਾਲਸਾ ਜੀ ਸਰਬਲੋ ਜੀ ਦੀ ਪਹਿਲੀ ਬਾਣੀ ਤੇ ਨਾਲ 405ਵਾਂ ਚਰਿੱਤਰ ਇਹ ਜੋੜ ਕੇ ਪੜ੍ਹਨਾ ਚਾਹੀਦਾ ਹੈ। ਇੱਕ ਵਾਰ ਪਹਿਲੀ ਬਾਣੀ ਪੜ੍ਹ ਲਈ, ਉਸ ਤੋਂ ਬਾਅਦ 405ਵਾਂ ਚਰਿੱਤਰ, ਫਿਰ ਗੁਰੂ ਖਾਲਸਾ ਜੀ ਸਰਬਲੋ ਪ੍ਰਕਾਸ਼ ਦੀ ਪਹਿਲੀ ਬਾਣੀ ਤੇ ਬਾਅਦ ਵਿੱਚ 405ਵਾਂ ਚਰਿੱਤਰ, ਇਦਾਂ ਦੀਆਂ ਪੋਥੀ ਸਾਹਿਬ ਛਪਾ ਕੇ ਤੇ 405ਵੇਂ ਚਰਿੱਤਰ ਦਾ ਪਾਠ ਨਾਲ ਰੱਖਣਾ ਚਾਹੀਦਾ ਹੈ। ਤੇ ਮਹਾਂਕਾਲ ਤੇ ਸਰਬਲੋ ਅਵਤਾਰ ਦੀ ਇਕੱਠੀ ਉਪਾਸਨਾ ਕਰਨੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਪੁਰਾਣੀਆਂ ਬੀੜਾਂ ਵਿੱਚੋਂ ਤੇ ਇੱਥੇ ਮਹਾਰਾਜ ਦੇ ਕਹੇ ਹੋਏ ਬਚਨਾਂ ਤੋਂ ਸਾਨੂੰ ਗੁਰੂ ਖਾਲਸਾ ਜੀ ਇਹ ਪ੍ਰੇਰਨਾ ਮਿਲਦੀ ਹੈ। ਬੀਜੋ ਪਖਿਆਨ ਮੰਤਰ ਭਾਖਾ ਕਰ। ਹਾਂ, ਬੀਜੋ ਜੱਜੇ ਨੂੰ ਔਂਕੜ ਲੱਗੀ ਹੈ, ਉਹਦੇ ਵਿੱਚੋਂ ਊੜਾ ਕੱਢ ਲੈਣਾ ਹੈ। ਬੀਜ ਉਪਖਿਆਨ, ਉਪਖਿਆਨ ਦਾ ਅਰਥ ਹੁੰਦਾ ਏ ਇਤਿਹਾਸ। ਮਹਾਰਾਜ ਕਹਿੰਦੇ ਸਰਬਲੋ ਗ੍ਰੰਥ ਦਾ ਜੋ ਬੀਜ ਮੰਤਰ ਹੈ, ਅਕਾਲ ਪੁਰਖ ਕੀ ਰੱਛਾ ਹਮਨੇ, ਸਰਬਲੋ ਦੀ ਰੱਛਿਆ ਹਮਨੇ, ਇਹ ਜੋ 4 ਤੁਕਾਂ ਸਰਬਲੋ ਗ੍ਰੰਥ ਦਾ ਬੀਜ ਮੰਤਰ ਹੈ ਅਤੇ ਇਸ ਬੀਜ ਮੰਤਰ ਦਾ ਜੋ ਇਤਿਹਾਸ ਹੈ ਉਹਨੂੰ ਭਾਖਾ ਮੈਨੇ ਭਾਸ਼ਾ ਵਿੱਚ ਕਰਕੇ ਤੇ ਜੋ ਇਹ ਸਰਬਲੋ ਅਵਤਾਰ ਦੀ ਕਥਾ ਹੈ ਉਸ ਨੂੰ ਅਸੀਂ ਕਹਿਣਾ ਕੀਤਾ ਹੈ। ਉਪਖਿਆਨ ਦਾ ਅਰਥ ਹੁੰਦਾ ਏ ਇਤਿਹਾਸ। ਜੋ ਸਰਬਲੋ ਗ੍ਰੰਥ ਦਾ ਬੀਜ ਮੰਤਰ ਹੈ ਉਸ ਦੇ ਇਤਿਹਾਸ ਨੂੰ ਭਾਸ਼ਾ ਵਿੱਚ ਕਰਕੇ ਅਵਤਾਰ ਪ੍ਰਸੰਗ ਸਮੀਖਿਆ, ਸਰਬਲੋ ਅਵਤਾਰ ਦੇ ਪ੍ਰਸੰਗ ਨੂੰ ਸਮੀਖਿਆ ਮੈਨੇ ਕਹਿਣਾ ਕੀਤਾ ਹੈ। ਮੂਲ ਟੀਕਾ ਇਹ 2 ਮਤ ਕਰ। ਹਾਂ, ਮੂਲ ਗੁਰੂ ਖਾਲਸਾ ਜੀ ਮੰਗਲਾ ਚਰਨ ਜਿਹਦੇ ਵਿੱਚ 1.25 ਲੱਖ ਸ਼ਲੋਕ ਸਨ ਅਤੇ ਟੀਕਾ ਜੋ ਸੁਕਰਾ ਭਾષ્य ਤੇ ਸਰਸਵਤੀ ਭਾષ્य, ਇਹਨਾਂ ਦੋਨਾਂ ਨੂੰ ਮੱਥ ਕਰ ਵਿਚਾਰ ਕਰਕੇ ਮਹਾਰਾਜ ਕਲਗੀਧਰ ਜੀ ਕਹਿੰਦੇ ਅਸਾਂ ਨੇ ਛੋਟਾ ਜਿਹਾ ਗ੍ਰੰਥ ਬਣਾਉਣਾ ਕੀਤਾ ਏ। ਟੀਕਾ ਕੱਕੇ ਨੂੰ ਕਰਨਾ ਏ। ਬਦਿਓ ਪੁਰਾਨ ਪ੍ਰਸ਼ਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਵੀ ਇਹ ਅਸਾਂ ਨੇ ਪੁਰਾਨ ਕਹਿਣਾ ਕੀਤਾ ਹੈ, ਜਿਹਦਾ ਨਾਮ ਹੈ ਸਰਬਲੋ ਪੁਰਾਨ, ਜਿਹਦਾ ਨਾਮ ਹੈ ਸ਼੍ਰੀ ਮੰਗਲਾਚਰਨ ਪੁਰਾਨ। ਤੇ ਪ੍ਰੀਖਿਆ ਮੈਨੇ ਪਰਖ ਕਰਕੇ, ਪ੍ਰੀਖਿਆ ਕਰਕੇ, ਵਿਚਾਰ ਕਰਕੇ
ਇਹ ਅਸਾਂ ਨੇ ਕਹਿਣਾ ਕੀਤਾ ਏ। ਹਾਂ ਕਬ ਨਾਹਨ ਪੰਡਿਤ ਸ਼ਾਸਤਰੀ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਿਮਰਤਾ ਨਾਲ ਕਹਿੰਦੇ ਨੇ, ਖਾਲਸਾ ਜੀ ਮੈਂ ਕੋਈ ਪੰਡਿਤ ਨਹੀਂ, ਮੈਂ ਕੋਈ ਸ਼ਾਸਤਰਾਂ ਨੂੰ ਪੜ੍ਹਨ ਵਾਲਾ ਸ਼ਾਸਤਰੀ ਨਹੀਂ। ਨਾਹਨ ਕੋਵਿਦ ਗਿਆਨੀ। ਨਾ ਹੀ ਮੈਂ ਕੋਈ ਕੋਵਿਦ ਵਿਦਵਾਨ ਹਾਂ ਤੇ ਨਾ ਹੀ ਮੈਂ ਕੋਈ ਗਿਆਨੀ ਹਾਂ। ਕਬ ਜਨ ਪੰਡਿਤ ਗਿਆਨਨ ਕੇਰੋ। ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਦੁਨੀਆ ਉੱਪਰ ਜਿਹੜੇ ਕਵੀ ਜਨ ਨੇ, ਜਿਹੜੇ ਪੰਡਿਤ ਵਿਦਵਾਨ ਨੇ, ਜਿਹੜੇ ਗਿਆਨੀ ਨੇ, ਉਹਨਾਂ ਦੇ ਚਰਨਾਂ ਦਾ ਚੇਰੋ ਮੁਗਧ ਅਗਿਆਨੀ। ਮੈਂ ਚੇਲਾ ਹਾਂ, ਮੁਗਧ ਮੂਰਖ ਤੇ ਅਗਿਆਨੀ ਗਿਆਨ ਤੋਂ ਹੀ ਨਾ। ਇੰਨੀ ਨਿਮਰਤਾ ਦੇ ਮਾਲਕ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸ੍ਰੀ ਸਰਬ ਲੋਹ ਕੋ ਕਿੰਕਰ ਸੇਵਕ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੋ ਸਰਬਲੋਕ ਭਗਵਾਨ ਜੀ ਉਹਨਾਂ ਦੇ ਦਾਸਾਂ ਦਾ ਮੈਂ ਸੇਵਕ ਹਾਂ। ਸਾਧ ਜਨਾ ਕੋ ਗਾਨੀ। ਹਾਂ ਸਾਧੂ ਜਨਾਂ ਦੇ ਗੁਣਾਂ ਨੂੰ ਗਾਉਣ ਵਾਲਾ ਇਹ ਦਾਸ ਗੋਬਿੰਦ ਸਿੰਘ ਹੈ। ਜਾ ਅਛਰ ਆਰ ਪਦ ਮਹਿ ਸੰਕਾ। ਮਹਾਰਾਜ ਕਹਿੰਦੇ ਹੇ ਗੁਰੂ ਖਾਲਸਾ ਜੀ, ਜਿਹੜੇ ਅੱਖਰ ਵਿੱਚ, ਜਿਹੜੇ ਪਦ ਕਹੀਏ ਸ਼ਬਦ ਵਿੱਚ ਤੁਹਾਨੂੰ ਕੋਈ ਸ਼ੰਕਾ ਹੋਵੇ, ਜਿੰਨੇ ਇਹਦੇ ਵਿੱਚ ਪਦ ਕਹੇ ਨੇ, ਤੁਕਾਂ ਕਈਆਂ ਨੇ, ਸ਼ਬਦ ਕਹੇ ਨੇ, ਪਦ ਮੈਨੇ ਸ਼ਬਦ ਕਹੇ ਨੇ, ਤੇ ਜਿਹੜੇ ਅੱਖਰ ਕਹੇ ਨੇ, ਮਾਤਰਾ ਕਈਆਂ ਨੇ, ਉਹਦੇ ਵਿੱਚ ਜੇ ਤੁਹਾਨੂੰ ਕੋਈ ਸ਼ੰਕਾ ਹੋਵੇ, ਲੇਹੋ ਸੁਧਾਰ ਸੁਰ ਗਿਆਨੀ। ਮਹਾਰਾਜ ਕਹਿੰਦੇ ਨੇ ਸੁਰ ਗਿਆਨੀ, ਹੇ ਬ੍ਰਹਮ ਗਿਆਨੀ ਹੋ, ਸੁਰ ਗਿਆਨੀ, ਹੇ ਵਿਦਿਆ ਨੂੰ ਜਾਣਨ ਵਾਲਿਓ, ਵਿਦਵਾਨ ਜਨੋ, ਆਪ ਜੀ ਸੁਧਾਰ ਲੈਣਾ, ਆਪ ਜੀ ਠੀਕ ਕਰ ਲੈਣਾ। ਜਿੱਥੇ ਵਿਆਕਰਨ ਦੀ ਦ੍ਰਿਸ਼ਟੀ ਤੋਂ, ਜਿੱਥੇ ਅਲੰਕਾਰ ਦੀ ਦ੍ਰਿਸ਼ਟੀ ਤੋਂ, ਜਿੱਥੇ ਤੁਹਾਨੂੰ ਸਾਜ ਦੀ ਦ੍ਰਿਸ਼ਟੀ ਤੋਂ ਕੋਈ ਜਾਪੇ, ਉੱਥੇ ਤੁਸੀਂ ਅੱਖਰ ਨੂੰ, ਸ਼ਬਦ ਨੂੰ ਸੁਧਾਰ ਲੈਣਾ। ਇਹ ਗੁਰੂ ਖਾਲਸਾ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਮਰਤਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵਿਆਕਰਨ ਦ੍ਰਿਸ਼ਟੀ ਤੋਂ ਵੇਖੀਏ, ਗੁਰੂ ਖਾਲਸਾ ਜੀ ਪਦ ਗਿਆਨ ਦੀ ਦ੍ਰਿਸ਼ਟੀ ਤੋਂ ਵੇਖੀਏ, ਗੁਰੂ ਖਾਲਸਾ ਜੀ ਸਾਜ਼ਾਂ ਦੀ ਸੁਰ ਦੇ ਲਿਹਾਜ਼ ਨਾਲ ਦੇਖੀਏ, ਤੇ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਪੂਰੀ ਹੈ, ਕਿਸੇ ਪਾਸਿਓਂ ਵੀ ਅਧੂਰੀ ਨਹੀਂ ਹੈ। ਲਖਾਰੀਆਂ ਦੀ ਬੇਸਮਝੀ ਕਰਕੇ ਭਾਵੇਂ ਕੋਈ ਵਾਧਾ ਘਾਟਾ ਆ ਗਿਆ ਹੋਵੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਨੇ ਜਿਵੇਂ ਬਾਣੀ ਉਚਾਰਨ ਕੀਤੀ ਹੈ, ਉਹਦੇ ਵਿੱਚ ਗੁਰੂ ਖਾਲਸਾ ਜੀ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਨਿਮਰਤਾ ਹੈ। ਅਗਨ ਸਗਨ ਗਨ ਭਗਨ ਇਤਿਆਦਿਕ। ਹਾਂ ਗੁਰੂ ਖਾਲਸਾ ਜੀ ਕਈ ਅਗਨ ਹੁੰਦੇ ਨੇ, ਕਈ ਸਗਨ ਹੁੰਦੇ ਨੇ। ਅਗਨ ਸਗਨ ਇਦਾਂ ਹੀ ਪਾਠ ਕਰਨਾ ਹੈ। ਗੁਰੂ ਖਾਲਸਾ ਜੀ ਜਿਵੇਂ ਵਿਆਕਰਨ ਹੁੰਦੀ ਹੈ, ਇਸੇ ਤਰੀਕੇ ਨਾਲ ਜਿਹੜੇ ਗ੍ਰੰਥਾਂ ਵਿੱਚ ਛੰਦ ਵਰਤੇ ਜਾਂਦੇ ਨੇ, ਉਹਨਾਂ ਦੇ ਹਿਸਾਬ ਕਿਤਾਬ ਦੇਣ ਵਾਲੇ ਗ੍ਰੰਥਾਂ ਨੂੰ ਛੰਦ ਸ਼ਾਸਤਰ ਕਹਿੰਦੇ ਨੇ। ਜਿਹਦੇ ਤੋਂ ਸਾਨੂੰ ਛੰਦ ਪੜ੍ਹਨ ਦਾ, ਸੁਣਨ ਦਾ ਗਿਆਨ ਹੁੰਦਾ ਏ, ਉਹਨਾਂ ਗ੍ਰੰਥਾਂ ਦਾ ਨਾਮ ਹੈ ਛੰਦ ਸ਼ਾਸਤਰ। ਛੰਦ ਸ਼ਾਸਤਰ ਦੇ ਗੁਰੂ ਖਾਲਸਾ ਜੀ ਰਚੈਤਾ ਪਿੰਗਲ ਰਿਸ਼ੀ ਹੋਏ ਨੇ, ਇਸ ਵਾਸਤੇ ਛੰਦ ਸ਼ਾਸਤਰ ਨੂੰ ਪਿੰਗਲ ਕਹਿ ਦਿੰਦੇ ਨੇ। ਛੰਦ ਸ਼ਾਸਤਰ ਦੇ ਵਿੱਚ 4 ਪ੍ਰਕਾਰ ਦੇ ਛੰਦ ਹੁੰਦੇ ਨੇ। ਇੱਕ ਛੰਦ ਵਰਨਕ ਹੁੰਦੇ ਨੇ, ਵਰਨ ਨਾਮ ਅੱਖਰਾਂ ਦਾ ਹੈ, ਜਿਹਦੇ ਵਿੱਚ ਅੱਖਰਾਂ ਦੀ ਗਿਣਤੀ ਹੋਵੇ ਉਹਨੂੰ ਵਰਨਕ ਛੰਦ ਕਹਿੰਦੇ ਨੇ। ਇੱਕ ਛੰਦ ਗੁਰੂ ਖਾਲਸਾ ਜੀ ਮਾਤਰਕ ਹੁੰਦੇ ਨੇ, ਜਿਹਦੇ ਵਿੱਚ ਮਾਤਰਾ ਦੀ ਗਿਣਤੀ ਹੋਵੇ ਉਹਨੂੰ ਮਾਤਰਕ ਛੰਦ ਕਹਿੰਦੇ ਨੇ। ਇੱਕ ਛੰਦ ਗਣਕ ਹੁੰਦੇ ਨੇ, ਜਿਹਦੇ ਵਿੱਚ ਗੁਰੂ ਖਾਲਸਾ ਜੀ ਗਣਾਂ ਦੀ ਗਿਣਤੀ ਹੋਵੇ ਉਹਨੂੰ ਗਣਕ ਛੰਦ ਕਹਿੰਦੇ ਨੇ। ਇੱਕ ਮਿਸ਼ਰਤ ਹੁੰਦੇ ਨੇ, ਮਿਸ਼ਰਤ ਛੰਦ ਉਹ ਹੁੰਦੇ ਨੇ ਜਿਹਦੇ ਵਿੱਚ ਅੱਖਰ ਵੀ ਗਿਣੇ ਜਾਂਦੇ ਨੇ, ਜਿਹਦੇ ਵਿੱਚ ਮਾਤਰਾ ਵੀ ਗਿਣੀਆਂ ਜਾਂਦੀਆਂ ਨੇ, ਗਣ ਵੀ ਗਿਣੇ ਜਾਂਦੇ ਨੇ, ਉਹਨਾਂ ਛੰਦਾਂ ਨੂੰ ਮਿਸ਼ਰਤ ਕਹਿੰਦੇ ਨੇ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਗੁਰੂ ਖਾਲਸਾ ਜੀ ਇਸ ਗ੍ਰੰਥ ਦੇ ਵਿੱਚ ਅਸਾਂ ਨੇ ਛੰਦਾਂ ਦਾ ਵੀ ਹਿਸਾਬ ਕਿਤਾਬ ਲਿਖਣਾ ਕੀਤਾ ਹੈ। ਛੰਦਾਂ ਵਿੱਚ ਗਣ ਹੁੰਦੇ ਨੇ, ਕਈ ਗਣ ਚੰਗੇ ਹੁੰਦੇ ਨੇ, ਕਈ ਗੁਰੂ ਖਾਲਸਾ ਜੀ ਬੁਰੇ ਹੁੰਦੇ ਨੇ।
ਸਗਨ ਗੁਰੂ ਖਾਲਸਾ ਜੀ ਚੰਗੇ ਗਣਾਂ ਨੂੰ ਕਹਿੰਦੇ ਨੇ ਤੇ ਅਗਨ ਗੁਰੂ ਖਾਲਸਾ ਜੀ ਬੁਰੇ ਗਣਾਂ ਨੂੰ ਕਹਿੰਦੇ ਨੇ। 8 ਗਣ ਹੁੰਦੇ ਨੇ, ਤਿੰਨਾਂ ਮਾਤਰਾ ਦੀ ਸਮੁਦਾਇ ਨੂੰ ਗਣ ਕਹਿੰਦੇ ਨੇ। ਜਿਵੇਂ ਮਗਨ ਹੈ, ਯਗਨ ਹੈ, ਰਗਨ ਹੈ, ਸਗਨ ਹੈ, ਤਗਨ ਹੈ, ਜਗਨ ਹੈ, ਭਗਨ ਹੈ, ਨਗਨ ਹੈ। ਜੇ ਗੁਰੂ ਖਾਲਸਾ ਜੀ ਜਿੱਥੇ ਕਵਿਤਾ ਸ਼ੁਰੂ ਹੋਵੇ ਉੱਥੇ ਮਗਨ ਗਣ ਪੈ ਜਾਵੇ ਤੇ ਧਨ ਦੀ ਪ੍ਰਾਪਤੀ ਹੁੰਦੀ ਹੈ। ਮਗਨ ਗਣ ਵਿੱਚ ਤਿੰਨੇ ਮਾਤਰਾ ਦੀਰਘ ਹੁੰਦੀਆਂ ਨੇ। 2 ਤਰੀਕੇ ਦੀਆਂ ਮਾਤਰਾ ਹੁੰਦੀਆਂ ਨੇ। ਇੱਕ ਮਾਤਰਾ ਦੀਰਘ ਗਿਣੀ ਜਾਂਦੀ ਹੈ, ਇੱਕ ਮਾਤਰਾ ਲਘੂ ਗਿਣੀ ਜਾਂਦੀ ਹੈ। ਦੀਰਘ ਮਾਤਰਾ ਉਹਨੂੰ ਕਹਿੰਦੇ ਨੇ ਜਿਹਦਾ ਉਚਾਰਨ 2 ਚੁਟਕੀਆਂ 'ਚ ਹੋਵੇ। ਲਘੂ ਮਾਤਰਾ ਉਹਨੂੰ ਕਹਿੰਦੇ ਨੇ ਜਿਹਦਾ ਉਚਾਰਨ 1 ਚੁਟਕੀ ਵਿੱਚ ਹੋਵੇ। ਜਿਵੇਂ ਐੜਾ ਮੁਕਤਾ ਅ ਇਹ ਲਘੂ ਮਾਤਰਾ ਹੈ, ਐੜੇ ਨੂੰ ਕਰਨਾ ਆ ਇਹ ਦੀਰਘ ਮਾਤਰਾ ਹੈ। ਇਹਦਾ ਉਚਾਰਨ 2 ਮਾਤਰਾ ਵਿੱਚ ਹੋ ਰਿਹਾ ਹੈ। ਜਿੱਥੇ ਗੁਰੂ ਖਾਲਸਾ ਜੀ ਮਗਨ ਗਣ ਹੋਵੇ ਉੱਥੇ ਤਿੰਨੇ ਹੀ ਗੁਰੂ ਖਾਲਸਾ ਜੀ ਦੀਰਘ ਮਾਤਰਾ ਹੁੰਦੀਆਂ ਨੇ। ਕਵਿਤਾ ਦੇ ਆਰੰਭ ਵਿੱਚ ਜੇ ਮਗਨ ਗਣ ਲਿਖ ਦਈਏ ਤੇ ਧਨ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਸਰਬਲੋ ਗ੍ਰੰਥ ਹੈ, ਇਹਦੀ ਸ਼ੁਰੂ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈ ਛਾਇਆ ਰੂਪੀ ਹੋਏ ਕੈ। ਛੱਛੇ ਨੂੰ ਕਰਨਾ ਛਾ, ਇਹ ਵੀ ਦੀਰਘ ਹੈ। ਯਈਏ ਨੂੰ ਕਰਨਾ ਯਾ, ਇਹ ਵੀ ਦੀਰਘ ਹੈ। ਤੇ ਰਾਰੇ ਨੂੰ ਤਲੈਂਕਣਾ ਰੂ, ਇਹ ਵੀ ਦੀਰਘ ਹੈ। ਇੱਥੇ ਮਹਾਰਾਜ ਨੇ ਮਗਨ ਗਣ ਲਿਖ ਦਿੱਤਾ ਹੈ। ਇਹ ਗ੍ਰੰਥ ਨੂੰ ਪੜ੍ਹਨ ਦੇ ਨਾਲ ਧਨ ਦੀ ਪ੍ਰਾਪਤੀ ਹੋਵੇਗੀ। ਇਹ ਛੰਦ ਸ਼ਾਸਤਰ ਦੇ ਕਾਨੂੰਨ ਅਨੁਸਾਰ ਵੀ ਗੱਲ ਸਿੱਧ ਹੁੰਦੀ ਹੈ। ਇੱਦਾਂ ਹੀ ਜਗਨ ਹੈ, ਜਗਨ ਨਾਲ ਵੀ ਧਨ ਦੀ ਪ੍ਰਾਪਤੀ ਹੁੰਦੀ ਹੈ। ਕਵਿਤਾ ਦੇ ਸ਼ੁਰੂਆਤ ਵਿੱਚ ਜੇ ਸਗਨ ਗਣ ਪੈ ਜਾਵੇ ਤੇ ਕਹਿੰਦੇ ਆ ਵੀ ਭਰਾਵਣ ਭਾਉਣਾ ਹੀ ਮਿਲਦਾ ਹੈ। ਜੇ ਗੁਰੂ ਖਾਲਸਾ ਜੀ ਜਗਨ ਗਣ ਪੈ ਜਾਵੇ ਕਹਿੰਦੇ ਸੋਕ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਭਗਨ ਗਣ ਪੈ ਜਾਵੇ ਕਹਿੰਦੇ ਜਸ ਮਿਲਦਾ ਹੈ। ਨਗਨ ਗਣ ਪੈ ਜਾਵੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇੱਦਾਂ ਗੁਰੂ ਖਾਲਸਾ ਜੀ ਕੁਝ ਗਣ ਚੰਗੇ ਨੇ ਤੇ ਕੁਝ ਗਣ ਬੁਰੇ ਨੇ। ਸੋ ਮਹਾਰਾਜ ਕਹਿੰਦੇ ਨੇ ਭਗਨ ਜਗਨ ਨਗਨ ਇਤਿਆਦਿਕ ਕੁਝ ਸਗਨ ਗਣ ਨੇ, ਕੁਝ ਅਗਨ ਗਣ ਨੇ। ਇਤਿਆਦਿਕ ਛੰਦ ਸ਼ਾਸਤਰ ਦੇ ਵਿੱਚ ਲਿਖਿਆ ਹੋਇਆ ਹੈ। ਪਿੰਗਲ ਮਾਹੇ ਪ੍ਰਧਾਨਾ, ਪਿੰਗਲ ਕਹੀਏ ਛੰਦ ਸ਼ਾਸਤਰ ਦੇ ਵਿੱਚ ਇਹ ਗੱਲ ਪ੍ਰਧਾਨ ਗਿਣੀ ਜਾਂਦੀ ਹੈ। ਝੂਲਨਾ ਛੰਦ ਸੋਰਠਾ ਚੌਪਈ। ਸਤਿਗੁਰੂ ਸਾਹਿਬ ਜੀ ਕਹਿੰਦੇ ਆ ਵੀ ਝੂਲਣਾ ਛੰਦ, ਇਸੇ ਤਰ੍ਹਾਂ ਕੱਲਾ ਛੰਦ ਸੋਰਠਾ ਚੌਪਈ ਇਤਿਆਦਿਕ। ਅੜਿਲ ਕਬਿਤ ਅਡਾਨਾ, ਮਹਾਰਾਜ ਕਹਿੰਦੇ ਅੜਿਲ ਕਬਿਤ ਤੇ ਅਡਾਨਾ ਵੀ ਗੁਰੂ ਖਾਲਸਾ ਜੀ ਇੱਕ ਰਾਗ ਦਾ ਨਾਮ ਵੀ ਹੈ ਤੇ ਇੱਕ ਛੰਦ ਦਾ ਨਾਮ ਵੀ ਹੈ। ਰੂਪ ਦੀਪ ਭਾਖਾ ਕਰ ਪਿੰਗਲ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਇਹਨਾਂ ਦਾ ਗਿਆਨ ਲੈਣਾ ਹੋਵੇ ਨਾ, ਇੱਕ ਰੂਪ ਦੀਪ ਗ੍ਰੰਥ ਹੈ। ਭਾਖਾ ਕਰ ਜੋ ਬ੍ਰਿਜ ਭਾਸ਼ਾ ਵਿੱਚ ਪਿੰਗਲ ਕਹੀਏ ਛੰਦ ਸ਼ਾਸਤਰ ਦਾ ਗ੍ਰੰਥ ਹੈ। ਭਾਖਾ ਕਰ ਜਿਸ ਨੂੰ ਬ੍ਰਿਜ ਭਾਸ਼ਾ ਵਿੱਚ ਕੀਤਾ ਹੋਇਆ ਹੈ। ਪਿੰਗਲ ਛੰਦ ਸ਼ਾਸਤਰ ਦਾ ਇਹ ਰੂਪ ਦੀਪ ਪਿੰਗਲ ਗ੍ਰੰਥ ਹੈ। ਇਹ ਗੁਰੂ ਖਾਲਸਾ ਜੀ ਕਵੀ ਜੈ ਕ੍ਰਿਸ਼ਨ ਨੇ ਲਿਖਿਆ ਹੈ। ਜੈ ਕ੍ਰਿਸ਼ਨ ਗੁਰੂ ਖਾਲਸਾ ਜੀ ਕਿਰਪਾ ਰਾਮ ਦਾ ਚੇਲਾ ਹੋਇਆ ਹੈ। ਕਿਰਪਾ ਰਾਮ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਚੱਲ ਕੇ ਆਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ, ਮਹਾਰਾਜ ਔਰੰਗਜ਼ੇਬ ਸਾਡਾ ਧਰਮ ਨਾਸ਼ ਕਰੀ ਜਾਂਦਾ, ਭ੍ਰਸ਼ਟ ਕਰੀ ਜਾਂਦਾ ਹੈ, ਸਾਡੇ ਜੰਜੂ ਦੀ ਆਪ ਜੀ ਰੱਖਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਵਿੱਚ ਜਾ ਕੇ ਕਿਰਪਾ ਰਾਮ ਦੇ ਕਹਿਣ ਤੇ ਆਪਣੇ ਸੀਸ ਦਾ ਬਲਿਦਾਨ ਦੇ ਕੇ ਮਹਾਰਾਜ ਸਾਹਿਬ ਜੀ ਨੇ ਇਹ ਹਿੰਦੂਆਂ ਦਾ ਜੰਜੂ ਗੁਰੂ ਖਾਲਸਾ ਜੀ ਬਚਾਇਆ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਿੱਲੀ ਦੀ ਤਰਫ ਨੂੰ ਚੱਲੇ ਨੇ ਤੇ ਕਿਰਪਾ ਰਾਮ ਕਹਿਣ ਲੱਗਾ, ਮਹਾਰਾਜ ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਆਨੰਦਪੁਰ ਸਾਹਿਬ ਦੇ ਵਿੱਚ ਵਿਦਿਆ ਦੀ ਲੋੜ ਹੈ, ਦਿੱਲੀ ਵਿੱਚ ਕੁਰਬਾਨੀ ਦੀ ਲੋੜ ਹੈ। ਕੁਰਬਾਨੀ ਅਸੀਂ ਦਿੰਦੇ ਹਾਂ, ਵਿਦਿਆ ਤੁਸੀਂ ਦਿਓ। ਇਸ ਤਰੀਕੇ ਨਾਲ ਕਹਿ ਕੇ
ਮਹਾਰਾਜ ਨੇ ਕਿਰਪਾ ਰਾਮ ਜੀ ਨੂੰ ਇਸ਼ਾਰਾ ਕੀਤਾ ਸੀ। ਗੁਰੂ ਖਾਲਸਾ ਜੀ ਕਿਰਪਾ ਰਾਮ ਜੀ ਨੇ ਵਿਦਿਆ ਵੰਡੀ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪ ਜੀ ਛੰਦ ਸ਼ਾਸਤਰ ਤੇ ਫਾਰਸੀ ਦੇ ਭਲੇ ਚੰਗੇ ਵਿਦਵਾਨ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਖਾਲਸਾ ਜੀ ਮੁੱਢਲੀ ਵਿਦਿਆ ਸੰਸਕ੍ਰਿਤ ਦੀ, ਫਾਰਸੀ ਦੀ ਤੇ ਛੰਦ ਸ਼ਾਸਤਰ ਦੀ ਕਿਰਪਾ ਰਾਮ ਜੀ ਤੋਂ ਪੜ੍ਹੀ ਸੀ। ਜਦੋਂ ਮਹਾਰਾਜ ਸਾਹਿਬ ਜੀ ਨੇ 1699 ਦੀ ਵਿਸਾਖੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਕਿਰਪਾ ਰਾਮ ਨੇ ਅੰਮ੍ਰਿਤ ਛਕ ਕੇ ਤੇ ਕਿਰਪਾ ਸਿੰਘ ਸੱਜ ਜਾਣਾ ਕੀਤਾ ਸੀ ਤੇ ਚਮਕੌਰ ਦੀ ਗੜ੍ਹੀ ਵਿੱਚ ਗੁਰੂ ਖਾਲਸਾ ਜੀ ਸ਼ਹਾਦਤ ਪ੍ਰਾਪਤ ਕੀਤੀ ਸੀ। ਇਹਨਾਂ ਦੇ ਚੇਲੇ ਕਵੀ ਜੈ ਕ੍ਰਿਸ਼ਨ ਜੀ ਹੋਏ ਨੇ। ਇਹ ਗੁਰੂ ਖਾਲਸਾ ਜੀ ਲਾਹੌਰ ਦੇ ਵਿੱਚ ਚੂਹਣੀਆਂ ਉੱਥੋਂ ਦੇ ਨੇ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਦੇ ਕੋਲ ਗੁਰੂ ਖਾਲਸਾ ਜੀ ਬੇਣੀ ਪੰਡਤ ਆਇਆ ਸੀ। ਵਿਦਿਆ ਦਾ ਬੜਾ ਅਭਿਮਾਨ ਸੀ, ਸ਼ਾਸਤਰ ਅਰਥ ਕਰਦਾ ਸੀ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਪਾਵਨ ਬਾਣੀ ਦਾ ਉਪਦੇਸ਼ ਦੇ ਕੇ ਇਹਨੂੰ ਨਿਹਾਲ ਕਰਤਾਰਥ ਕੀਤਾ ਸੀ। ਕਵੀ ਜੈ ਕ੍ਰਿਸ਼ਨ ਗੁਰੂ ਖਾਲਸਾ ਜੀ ਇਸ ਬੇਣੀ ਪੰਡਤ ਦੀ ਕੁਲ ਵਿੱਚੋਂ ਹੋਇਆ। ਜਿਹੜਾ ਗੁਰੂ ਖਾਲਸਾ ਜੀ ਗੁਰੂ ਘਰ ਦਾ ਪ੍ਰੇਮੀ, ਸੱਚੇ ਪਾਤਸ਼ਾਹ ਜੀ ਜਦੋਂ ਹਜੂਰ ਸਾਹਿਬ ਦੇ ਵਿੱਚ ਸਰਬਲੋ ਪ੍ਰਕਾਸ਼ ਗ੍ਰੰਥ ਦੀ ਰਚਨਾ ਕਰਵਾ ਰਹੇ ਸਨ, ਇਹ ਕਵੀ ਜੈ ਕ੍ਰਿਸ਼ਨ ਮਹਾਰਾਜ ਸਾਹਿਬ ਜੀ ਨੂੰ ਜਾ ਕੇ ਮਿਲਿਆ। ਮਹਾਰਾਜ ਕਹਿਣ ਲੱਗੇ, ਤੁਸੀਂ ਵੀ ਕਿਰਪਾ ਰਾਮ ਤੋਂ ਪੜ੍ਹੇ ਹੋ, ਅਸੀਂ ਵੀ ਕਿਰਪਾ ਰਾਮ ਤੋਂ ਪੜ੍ਹੇ ਹਾਂ। ਉਹਨਾਂ ਦਾ ਫੁਰਨਾ ਸੀ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਭਾਈ ਗੁਰਦਾਸ ਸਾਹਿਬ ਦੀ ਬਾਣੀ ਹੈ, ਇਸੇ ਤਰ੍ਹਾਂ ਨਿਆਏ ਸ਼ਾਸਤਰ ਦੀ ਕੁੰਜੀ ਤਰਕ ਸੰਗ੍ਰਹਿ ਹੈ, ਇਸੇ ਤਰ੍ਹਾਂ ਵਿਦਾਂਤ ਦੀ ਕੁੰਜੀ ਵਿਚਾਰ ਚੰਦਰੋਦੇ ਅਧਿਆਤਮ ਪ੍ਰਕਾਸ਼ ਇਤਿਆਦਿ ਗ੍ਰੰਥ ਨੇ, ਇਸੇ ਤਰ੍ਹਾਂ ਜੋਤਿਸ਼ ਦੀ ਕੁੰਜੀ ਸ਼ੀਘਰ ਬੋਧ ਹੈ। ਇਸੇ ਤਰੀਕੇ ਨਾਲ ਜੋ ਇਹ ਛੰਦ ਸ਼ਾਸਤਰ ਹੈ ਇਹਦੀ ਵੀ ਕੁੰਜੀ ਬਣਾਈ ਜਾਵੇ ਤੇ ਨਾਮ ਰੂਪ ਦੀ ਰੱਖਿਆ ਜਾਵੇ। ਤੇ ਤੁਸੀਂ ਉਹ ਕੰਮ ਗੁਰੂ ਜੀ ਦਾ ਜੋ ਅਧੂਰਾ ਰਹਿ ਗਿਆ ਹੈ ਉਹ ਕੰਮ ਪੂਰਾ ਕਰੋ। ਗੁਰੂ ਖਾਲਸਾ ਜੀ ਕਲਗੀਧਰ ਜੀ ਦੀ ਆਗਿਆ ਪਾ ਕੇ ਤੇ ਕਵੀ ਜੈ ਕ੍ਰਿਸ਼ਨ ਜੀ ਨੇ ਇਹ ਕੰਮ ਸ਼ੁਰੂ ਕੀਤਾ। ਗੁਰੂ ਖਾਲਸਾ ਜੀ ਇੱਕ ਇੱਕ ਛੰਦ ਦੇ ਕਈ ਕਈ ਰੂਪ ਨੇ। ਜਿਵੇਂ ਸਵਈਆ 32 ਪ੍ਰਕਾਰ ਦਾ ਹੈ, ਕਬਿੱਤ ਗੁਰੂ ਖਾਲਸਾ ਜੀ 108 ਪ੍ਰਕਾਰ ਦੀ ਹੈ, ਇਸੇ ਤਰ੍ਹਾਂ ਦੋਹਰਾ 24 ਪ੍ਰਕਾਰ ਦਾ ਹੈ, ਮੁੱਖ ਰੂਪ ਦੇ ਵਿੱਚ ਚੌਪਈ 2 ਪ੍ਰਕਾਰ ਦੀ ਹੈ, ਇਸੇ ਤਰੀਕੇ ਨਾਲ ਭੁਜੰਗ ਛੰਦ ਵੀ ਕਈ ਪ੍ਰਕਾਰ ਦਾ ਹੈ। ਤੋ ਕਈ ਪ੍ਰਕਾਰ ਦੇ ਗੁਰੂ ਖਾਲਸਾ ਜੀ ਇਹ ਛੰਦ ਮੰਨੇ ਜਾਂਦੇ ਨੇ। ਕਵੀ ਜੈ ਕ੍ਰਿਸ਼ਨ ਜੀ ਨੇ ਭਾਲ ਰੰਭੀ ਕਿ ਕਿਰਪਾ ਰਾਮ ਜੀ 32 ਪ੍ਰਕਾਰ ਦੇ ਸਵਈਆਂ ਵਿੱਚੋਂ ਕਿਹੜਾ ਸਵਈਆ ਮੁੱਖ ਮੰਨਦੇ ਸਨ, ਅਤੇ ਇਸੇ ਤਰ੍ਹਾਂ 108 ਪ੍ਰਕਾਰ ਦੀ ਕਬਿੱਤ ਵਿੱਚੋਂ ਕਿਸ ਕਬਿੱਤ ਦੀ ਚਾਲ ਮੁੱਖ ਮੰਨਦੇ ਸਨ। ਭਾਲ ਕਰ ਕਰਕੇ ਤੇ ਕਲਗੀਧਰ ਜੀ ਦੀ ਆਗਿਆ ਨਾਲ ਗ੍ਰੰਥ ਲਿਖਣਾ ਸ਼ੁਰੂ ਕੀਤਾ ਸੀ ਤੇ 1719 ਵਿੱਚ ਫਿਰ ਇਹ ਗ੍ਰੰਥ ਗੁਰੂ ਖਾਲਸਾ ਜੀ ਪੂਰਾ ਕੀਤਾ ਸੀ। ਵਰਦਾਨ ਕਲਗੀਧਰ ਪਾਤਸ਼ਾਹ ਨੇ ਬਖਸ਼ਿਆ ਸੀ। ਕਾਹਨ ਸਿੰਘ ਜੀ ਨਾਭਾ, ਪੰਡਿਤ ਤਾਰਾ ਸਿੰਘ ਜੀ ਨੇ ਰੂਪਦੀਪ ਪਿੰਗਲ ਨੂੰ ਲੈ ਕੇ ਸਰਬਲੋ ਪ੍ਰਕਾਸ਼ ਗ੍ਰੰਥ ਤੇ ਸ਼ੰਕਾ ਖੜਾ ਕੀਤਾ ਹੈ ਕਿ ਜੋ ਰੂਪਦੀਪ ਪਿੰਗਲ ਹੈ ਇਹ 1719 ਦੇ ਵਿੱਚ ਪੂਰਾ ਹੋਇਆ ਹੈ। ਮਹਾਰਾਜ 1708 ਨੂੰ ਸੱਚਖੰਡ ਨੂੰ ਚਾਲਾ ਮਾਰ ਗਏ। ਇਹ ਸਰਬਲੋ ਗ੍ਰੰਥ ਮਹਾਰਾਜ ਦੇ ਸੱਚਖੰਡ ਜਾਣ ਤੋਂ ਬਾਅਦਾਂ ਦਾ ਹੈ, ਇਸ ਵਾਸਤੇ ਕਲਗੀਧਰ ਦੀ ਰਚਨਾ ਨਹੀਂ ਹੈ। ਗੁਰੂ ਖਾਲਸਾ ਜੀ ਰੂਪਦੀਪ ਦੀ ਸਮਾਪਤੀ ਦੀ ਡੇਟ 1719 ਹੈ, ਆਰੰਭਤਾ ਦੀ ਨਹੀਂ। ਆਰੰਭ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਵਾਇਆ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ, ਉਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵਰਦਾਨ ਦਿੱਤਾ ਸੀ, ਭਾਈ ਸਾਹਿਬ ਜੀ ਜਿਹੜਾ ਤੁਹਾਡੀ ਬਾਣੀ ਨੂੰ ਪੜ੍ਹੇਗਾ ਉਹਨੂੰ ਗੁਰੂ ਗ੍ਰੰਥ ਦੀ ਸਮਝ ਆਵੇਗੀ, ਤੁਹਾਡੀ ਬਾਣੀ ਕੁੰਜੀ ਹੋਵੇਗੀ। ਪਰ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ 6ਵੇਂ ਪਾਤਸ਼ਾਹ ਦੇ ਵੇਲੇ ਜਾ ਕੇ ਪੂਰੀ ਹੋਈ ਸੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਿਉਪਕਾਰੀ,
ਐਸੇ ਵਾਕ ਵੀ ਗੁਰੂ ਖਾਲਸਾ ਜੀ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਵਿੱਚੋਂ ਮਿਲਦੇ ਨੇ, ਜੋ ਛੇਵੇਂ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਤੋਂ ਬਾਅਦ ਦੇ ਨੇ ਭਾਈ ਗੁਰਦਾਸ ਸਾਹਿਬ ਦੀ ਬਾਣੀ ਵਿੱਚ ਲਿਖੇ ਹੋਏ। ਸੋ ਸਿੱਧ ਹੈ ਗੁਰੂ ਖਾਲਸਾ ਜੀ ਇਹ ਰਚਨਾ ਕਲਗੀਧਰ ਦੀ ਹੀ ਹੈ, ਸਰਬਲੋ ਪ੍ਰਕਾਸ਼ ਗ੍ਰੰਥ। ਤੇ ਕਲਗੀਧਰ ਦੀ ਆਗਿਆ ਨਾਲ ਕਵੀ ਜੈ ਕ੍ਰਿਸ਼ਨ ਨੇ ਰੂਪ ਦੀ ਪਿੰਗਲ 1719 ਵਿੱਚ ਪੂਰੀਆਂ ਕੀਤਾ ਹੈ। ਮਹਾਰਾਜ ਨੇ ਜ਼ਿਕਰ ਸਰਬਲੋ ਗ੍ਰੰਥ ਵਿੱਚ ਪਹਿਲਾਂ ਹੀ ਕਰ ਦਿੱਤਾ ਹੈ, ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ। ਗੁਰੂ ਖਾਲਸਾ ਜੀ ਕਿਸੇ ਨੇ ਰੂਪ ਦੀ ਪਿੰਗਲ ਗ੍ਰੰਥ ਪੜ੍ਹਨਾ ਹੋਵੇ ਤੇ ਦਾਸ ਵੱਲੋਂ ਟੀਕਾ ਕੀਤਾ ਗਿਆ ਹੈ, ਭਾਈ ਚਤਰ ਸਿੰਘ ਜੀ ਜੀਵਨ ਸਿੰਘ ਦੇ ਪਾਸੋਂ ਪ੍ਰਾਪਤ ਹੁੰਦਾ ਹੈ, ਨਾਮ ਕਾਵਿ ਪ੍ਰਕਾਸ਼ ਰੱਖਿਆ ਹੈ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜੋ ਰੂਪਦੀਪ ਪਿੰਗਲ ਗ੍ਰੰਥ ਬ੍ਰਿਜ ਭਾਸ਼ਾ ਦੇ ਵਿੱਚ ਕਰਿਆ ਜਾ ਰਿਹਾ ਹੈ, ਗੁਰ ਲਹੋ ਬਰਨ ਸੁਗਿਆਨਾ। ਹਾਂ, ਜਿਹਦੇ ਵਿੱਚ ਗਣਾ ਅਗਣਾ ਦਾ, ਫਿਰ ਗੁਰੂ ਅੱਖਰਾਂ ਦਾ, ਲਘੂ ਅੱਖਰਾਂ ਦਾ, ਸੁਗਿਆਨਾ ਕਹੀਏ ਚੰਗਾ ਗਿਆਨ ਲਿਖਿਆ ਜਾ ਰਿਹਾ ਏ। ਤਾ ਮਤ ਅਤ ਵਿਸੇਖ ਤਿਨ ਬਰਨੀ। ਹਾਂ, ਤਾ ਮਤ ਕਹੀਏ ਤਿਨਾਂ ਛੰਦਾਂ ਦੀ, ਝੂਲਣਾ, ਸੋਰਠਾ, ਚੌਪਈ ਇਤਿਆਦਿਕ ਛੰਦਾਂ ਦੀ ਜੋ ਉੱਤਮ ਮਤ ਹੈ, ਉੱਤਮ ਚਾਲ ਹੈ, ਉਹ ਆਤ ਵਿਸ਼ੇਸ਼ ਕਰਕੇ ਤਿੰਨ ਕਹੀਏ ਤਿਸ ਆਚਾਰਿਆ ਜੈ ਕ੍ਰਿਸ਼ਨ ਵੱਲੋਂ ਵਰਣਨ ਕੀਤੀ ਜਾ ਰਹੀ ਹੈ, ਲਿਖੀ ਜਾ ਰਹੀ ਹੈ। ਪਦ ਕ੍ਰਮ ਜਟਿਤ ਵਿਧਾਨਾ। ਹਾਂ, ਪਦ ਕ੍ਰਮ ਜਿਵੇਂ ਗੁਰੂ ਖਾਲਸਾ ਜੀ ਛੰਦਾਂ ਦਾ ਕ੍ਰਮ ਬਣਦਾ ਹੈ, ਉਦਾਂ ਹੀ ਕ੍ਰਮ ਦੇ ਨਾਲ ਜਟਿਤ ਕਹੀਏ ਜੜ ਕਰਕੇ, ਵਿਧਾਨਾ ਕਹੀਏ ਵਿਧੀ ਪੂਰਵਕ, ਪਦਾਂ ਵਿੱਚ ਜੜ ਕੇ ਤੇ ਕ੍ਰਮ ਪੂਰਵਕ ਕਵੀ ਜੈ ਕ੍ਰਿਸ਼ਨ ਜੀ ਲਿਖਦੇ ਪਏ ਨੇ। ਇੱਥੋਂ ਤੱਕ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਹੋਈ ਭੁੱਲ ਚੁੱਕ ਦੀ ਖਿਮਾ ਜੀ। ਰੂਪ ਦੀਪ ਭਾਖਾ ਕਰ ਪਿੰਗਲ, ਗੁਰ ਲਹੋ ਬਰਨ ਸੁਗਿਆਨਾ। ਤਾ ਮਤ ਅਤ ਵਿਸੇਖ ਤਿਨ ਬਰਨੀ, ਪਦ ਕ੍ਰਮ ਜਟਿਤ ਵਿਧਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।